मेरे कुछ मित्रों की ये इच्छा है। मेरे कुछ मित्र बहुत शांत और अभ्यासी जिंदगी व्यतीत करना चाहते हैं। इसलिए उन्होंने अपना जो दुनियादारी का काम था वो छोड़ करके अब अपने वो घर पे रहते हैं, बहुत शांत जिंदगी बिताते हैं और ज्यादातर समय अभ्यास के अंदर लगाते हैं और गुरु के साथ जो अंतरी रिश्ता है उसके अंदर आगे कामयाब होने की कोशिश करते हैं। लेकिन इसका मतलब ये भी है कि अब उनके पास इतने पैसे नहीं है कि वो शारीरिक स्वरूप के दर्शन करने के लिए यहाँ पे आ सके। तो इस बारे में आपकी क्या राय है? आप क्या कुछ कहना चाहेंगे? क्या कभी ऐसा समय आता है या कभी ऐसे समय की जरूरत होती है जब ये बेहतर होता है कि दुनिया के सारे काम काज छोड़ करके शांत बैठ करके अभ्यास किया जाए? हाँ भाई, अभ्यास करना बहुत अच्छा है। मैं ਇਹਦਾ ਸਵਾਗਤ ਕਰਦਾ ਹਾਂ। ਲੇਕਿਨ ਦੁਨੀਆ ਦੇ ਕਾਮ-ਕਾਜ ਛੋੜ ਕੇ ਜੋ ਅਸੀਂ ਪਲੈਨਿੰਗ ਬਣਾਉਨੇ ਆ, ਕਦੇ-ਕਦੇ ਐਸੇ ਆਦਮੀਆਂ ਨੂੰ ਆਮ ਤੌਰ ਦੇ ਉੱਤੇ ਮਨ ਧੋਖਾ ਦੇ ਦਿੰਦਾ ਹੈ। ਫਿਰ ਉਹ ਅਭਿਆਸ ਵੀ ਨਹੀਂ ਬਹਿੰਦੇ ਗਏ ਔਰ ਦੁਨੀਆਦਾਰਾਂ ਤੋਂ ਵੀ ਉਹ ਅਲੱਗ ਹੋ ਜਾਂਦੇ ਹੈ। ਦੁਨੀਆ ਨੂੰ ਹੱਸਣ ਦਾ ਮੌਕਾ ਦੇ ਦਿੰਦੇ ਆ। ਦੇਖੋ ਜੀ, ਇਹਨੇ 5-4 ਸਾਲ ਅਭਿਆਸ ਕੀਤਾ, ਦੁਨੀਆ ਛੱਡੀ, ਅੱਜ ਫੇਰ ਦੁਨੀਆ ਵਰਗੇ ਕੰਮ ਕਰਦਾ ਹੈ। ਇਹਦੇ ਨਾਲੋਂ ਬਿਹਤਰ ਇਹ ਹੈ ਕਿ ਆਪਣੀ ਰੋਜ਼ੀ ਰੋਟੀ ਖੁਦ ਕਮਾਉਣ, ਕਿਸੇ ਦੇ ਉੱਤੇ ਭਾਰੂ ਨਾ ਹੋਣ ਔਰ ਨਾਲ ਆਪਣਾ ਅਭਿਆਸ ਵੀ ਚਾਲੂ ਰੱਖਣ। ਮੇਰਾ ਇਹ ਜਾਤੀ ਤਜਰਬਾ ਹੈ। ਮੈਂ ਬਹੁਤ ਸਾਰੇ ਆਦਮੀਆਂ ਨੂੰ ਦੇਖਿਆ ਹੈ ਜਿਹੜੇ ਕਈ ਸਾਲ ਐਸਾ ਜੀਵਨ ਬਤੀਤ ਕਰਦੇ ਹੈ, ਜਦ ਮਨ ਧੋਖਾ ਦਿੰਦਾ ਹੈ, ਪਹਾੜ ਤੋਂ ਜ਼ਮੀਨ ਤੇ ਚੱਕ ਕੇ ਮਾਰਦਾ ਹੈ। ਅੱਜ ਤੋਂ ਤਕਰੀਬਨ 35 ਸਾਲ ਦਾ ਪਹਿਲਾਂ ਵਾਕਿਆ ਹੈ। ਲੇਕਿਨ ਉਹ ਘਰ-ਬਾਰ ਛੱਡ ਕੇ ਸ਼ਾਇਦ ਇਦੋਂ ਵੀ 20-30 ਸਾਲ ਪਹਿਲਾਂ ਜੰਗਲਾਂ ਵਿੱਚ ਚਲਿਆ ਗਿਆ ਸੀਗਾ। ਕਾਫੀ ਅਰਸਾ, ਤਕਰੀਬਨ 20-25 ਸਾਲ ਉਸਨੇ ਬਾਹਰ ਬਿਤਾਏ। ਆਖਰ ਮਨ ਨੇ ਕਿਹਾ ਦੁਨੀਆਦਾਰੀ ਵੀ ਕਰਨੀ ਚਾਹੀਦੀ ਹੈ। ਘਰ ਆਇਆ। ਇਹ ਉਸ ਜਗ੍ਹਾ ਦਾ ਵਾਕਿਆ ਹੈ ਪੰਜਾਬ ਦਾ ਜਿੱਥੇ ਬਾਬਾ ਬਿਸ਼ਨ ਦਾਸ ਜੀ ਹੋਏ ਹੈ। तो बाबा बिशन दास ਉਸ ਨੂੰ ਕਹਿਣ ਲੱਗਿਆ ਕਿ ਦੇਖ, ਏਕਮਦਾਸ ਉਹਦਾ ਨਾਂ ਸੀਗਾ, ਏਕਮਦਾਸ, ਤੈਥੋਂ ਹੁਣ ਦੁਨੀਆਦਾਰੀ ਵੀ ਨਹੀਂ ਹੋਣੀ। ਤੂੰ ਬੁੱਢਾ ਹੋ ਗਿਆ ਹੈ। 70 ਸਾਲ ਦੀ ਉਸਦੀ ਆਜੂ ਹੋ ਚੁੱਕੀ ਸੀ। ਉਹ ਕਹਿਣ ਲੱਗਿਆ ਨਹੀਂ, ਮੈਂ ਇਹ ਕਰਨਾ ਹੀ ਹੈ। ਆਖਰ ਉਸਨੇ ਸ਼ਾਦੀ ਕਰਾਈ। ਸ਼ਾਦੀ ਟੁੱਟ ਗਈ, ਨਾ ਨਿਭੀ। ਫਿਰ ਉਹਨੇ ਹੋਰ ਉਪਰਾਲਾ ਕੀਤਾ। ਉਹ ਔਰਤ, ਕਿਉਂਕਿ ਉਹ ਬੁੱਢਾ ਸੀਗਾ, ਉਹ ਜਵਾਨ ਸੀ, ਉਸਦੇ ਉੱਪਰ ਸਬਜ਼ੀ ਇੱਥੇ ਢੂਈ ਤੇ ਲਾਦੀ ਤੋਂ ਮੰਡੀ ਵੇਚਣ ਵਾਸਤੇ ਲਿਜਾਂਦੀ। ਇੱਕ ਦਫਾ ਮੈਂ ਬਾਬਾ ਬਿਸ਼ਨ ਦਾਸ ਦੇ ਦਰਸ਼ਨਾਂ ਨੂੰ ਜਾ ਰਿਹਾ ਸੀਗਾ, ਕਿਉਂਕਿ ਜਿੰਨਾਂ ਦਿਨਾਂ 'ਚ ਮੈਂ ਦੇਖਿਆ ਸੀ ਉਨੀ ਦਿਨੀ ਤੋਂ ਕਾਫੀ ਸਿਹਤ ਅੱਛੀ ਸੀ। ਉਸ ਤੋਂ ਬਾਅਦ ਸਿਹਤ ਡਾਊਨ ਹੋ ਗਈ। ਮੈਨੂੰ ਉਸਨੇ ਸਿਆਣ ਲਿਆ। ਮੈਨੂੰ ਕਹਿਣ ਲੱਗਿਆ ਅਜੈਬ ਸਿੰਘ, ਤੂੰ ਜਲਦੀ ਵਾਪਸ ਨਾ ਹੋਈ, ਮੈਂ ਤੈਨੂੰ ਕੋਈ ਗੱਲ ਦੱਸੂਗਾ। ਮੈਂ ਅਜੇ ਬਾਬਾ ਬਿਸ਼ਨ ਦਾਸ ਕੋਲ ਬੈਠਾ ਸੀ। ਉਹ ਮੰਡੀ ਜੈਤੋ ਦੇ ਵਿੱਚ ਸਬਜ਼ੀ ਛੋੜ ਕੇ ਆਇਆ। ਸੋਟੀ ਦੇ ਸਹਾਰੇ ਕੁੱਬਾ ਤੁਰ ਰਿਹਾ ਸੀਗਾ। ਆ ਕੇ ਮੈਨੂੰ ਕਹਿਣ ਲੱਗਿਆ ਕਿ ਮੈਂ ਹੋਰ ਤਾਂ ਸਾਰੇ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਸ਼ਾਦੀ ਨਾ ਕਰਾਓ, ਲੇਕਿਨ ਮੈਂ ਤੈਨੂੰ ਵੀ ਕਹਿਣਾ ਵੀ ਸ਼ਾਦੀ ਨਾ ਕਰਾਈ। ਮੈਂ ਉਹਨੂੰ ਕਿਹਾ ਕਿ ਏਕਮਦਾਸ, ਤੂੰ ਅਜੇ ਵੀ ਭੁੱਲਦਾ ਹੈ, ਤੈਨੂੰ ਅਜੇ ਵੀ ਕੋਈ ਤਜਰਬਾ ਨਹੀਂ ਹੋਇਆ। ਸ਼ਾਦੀ ਕਰਾਉਣੀ ਕੋਈ ਬੁਰੀ ਨਹੀਂ, ਵਕਤ ਸਿਰ ਤੂੰ ਇਹ ਕਹਿ ਕਿ ਮੇਰੇ ਤਰ੍ਹਾਂ ਕੋਈ ਪੰਗਾ ਨਾ ਲਵੇ। ਤੋ ਕਹਿਣ ਦਾ ਭਾਵ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਉਸਨੇ ਸਰੀਰ ਛੋੜਿਆ।
ਨਾ ਉਹ ਕਰਦਾ ਰਿਹਾ, ਨਾ ਘਾਟਦਾ ਰਿਹਾ, ਨਾ ਉਹ ਤਿੱਤਰ ਰਿਹਾ, ਨਾ ਉਹ ਬਟੇਰ ਰਿਹਾ। ਸੰਤ ਮਤ ਸਾਨੂੰ ਹੱਥ ਤੇ ਹੱਥ ਧਰ ਕੇ ਬੈਠਣ ਦੀ ਸਿੱਖਿਆ ਨਹੀਂ ਦਿੰਦਾ। ਇਹ ਸਾਨੂੰ ਮਿਹਨਤ ਕਰਨ ਤੇ ਪ੍ਰੇਰਦਾ ਹੈ। ਜੋ ਆਦਮੀ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ ਔਰ ਉਸੇ ਮਿਹਨਤ ਚੋਂ ਸਤਸੰਗ ਦੇ ਅੰਦਰ ਖਰਚ ਕਰਦਾ ਹੈ, ਜਾਂ ਆਪਣੇ ਬਾਲ ਬੱਚਿਆਂ ਤੇ ਖਰਚ ਕਰਦਾ ਹੈ, ਜਾਂ ਉਹ ਆਪਣੀ ਕਮਾਈ ਦਾ ਅੰਨ ਖਾਂਦਾ ਹੈ, ਉਸ ਤੇ ਅੱਛਾ ਅਸਰ ਹੋਏਗਾ, ਉਹਦਾ ਭਜਨ ਅਭਿਆਸ ਅੱਛਾ ਬਣੇਗਾ। ਨਹੀਂ ਤਾਂ ਜਿਸ ਦਾ ਵੀ ਕੋਈ ਖਾਏਗਾ ਭਜਨ ਉਸ ਦਾ ਉਹ ਲੈ ਜਾਏਗਾ ਔਰ ਉਹਦੇ ਬਦਲੇ ਉਹਨੂੰ ਭਜਨ ਮਿਲੇਗਾ ਜਿਹਦਾ ਉਹ ਖਾਏਗਾ, ਔਰ ਉਹਦੇ ਬਦਲੇ ਉਸ ਨੂੰ ਕੀ ਮਿਲੇਗਾ? ਕ੍ਰੋਧ, ਈਰਖਾ, ਕਾਮ, ਬਿਮਾਰੀਆਂ। ਮਿਹਨਤੀ ਆਦਮੀ ਆਪਣਾ ਪੇਟ ਵੀ ਪਾਲਦਾ ਔਰ ਵੀ ਕਿਸੇ ਦਾ ਪਾਲਦਾ ਹੈ। तो सानू मेहनत दे चोर नहीं बनना चाहिए, मेहनत करनी चाहिए है। अगर असी इस तरह सब कुछ छड़ छड़ा के बैठते हैं, सानू पता ही है जिहड़ा मन है वो फिर भी बाहर दौड़ता है, मन सारी दुनिया दे विच फैल जाता है। मन अंदर ही बैठा कहता है कि बाहर कोई काम भी ढूंढना चाहिए है, वो बैठा ही प्लानिंग बनाई जाएगा। मैं जब बाबा बिशन दास का बताया होया 18 साल अभ्यास किया सीगा, मैं खुद अपने खेत विच हथी मेहनत करता रहा, कदे भी हथ ते हथ धर के नहीं बैठा सीगा। काफी अभ्यास दे जो मन ने थक जाना, जिसने थक जाना जाके अभ्यास विच अपना टाइम बतीत करना, रात नूं जागना, क्योंकि जिन्ना भी असी मन नूं थका लांगे ये शरारता नहीं करेगा। इसे तरह जब मैं इत्थे अभ्यास किया 16 PS के अंदर, ये बाग उस वक्त दे विच ही आबाद किया सीगा। खूब इत्थे ही मैं कहीं ना आपदा कम करदा सीगा। मन नूं अगर कोई थोड़ी बहुती इस तो कम लिया जाए, ये शरारत नहीं करदागा, और उस तो बाद अपना कमाया हुए अन्न का अच्छा असर पैंदा है। हमारे देश के अंदर जब कोई औरत 50 साल की हो जाए और उसका पति उसको छोड़ दे तो सरकार उसको पेंशन देती है। एक तो जब 50 साल की है तब उसको पेंशन मिलती है, और अगर कोई किसी का पति उसको छोड़ जाए तो सरकार उसको और भी भत्ता देती है, छोड़ने का भी भत्ता देती है। तो क्या इस तरह का जो इमदाद है वो स्वीकार योग्य है? किस तरह? एक तो जब आदमी बुजुर्ग हो जाए हाँ, तो उसको पेंशन मिलती है, और जब अगर किसी बुढ़ापे में कोई बंदा उसको छोड़ देवे और बंदा उसको पैसे ना देवे तो सरकार की तरफ से उसको भत्ता मिलता है। तो क्या इस तरह से मदद प्राप्त करना ठीक है? जो बंदा छोड़ दे, जी और छोड़ दे बंदे, यदि बंदा देता नहीं तो इसलिए सरकार देती है। बेहतरता यह है कि इंसान आपदे पैरों ते खड़े, सबनों बेहतर यह हुंदा है। अगर ऐसा नहीं हुंदा, तुहानू पता ही है कि वो भी लोगों का दान वगैरह चो पैसा मिलता है जिहड़ा इस तरह का सरकार दिंदी है, उसका कुछ कर्ज तो चुकाना ही पएगा, लेकिन भुखे बैठण नालों वो प्राप्त करना अच्छा है। सत्संगी नूं ज्यादा भजन करना चाहिए है, ताकि जिस आदमी दे पैसे है वह भी कर्ज उतरता रहे और वह भी जीवन अच्छा चलता रहे। गुरु की दया और हमारी इच्छा शक्ति, ये दोनों बातों को ध्यान में रखते हुए कई दफा ऐसा देखने में आया, कई दफा ऐसा होता है कि हमारे दिल के अंदर कोई काम करने की इच्छा होती है, लेकिन गुरु की दया वहां पर मौजूद नहीं होती और हम वो काम नहीं कर पाते। तो क्या कभी ऐसा भी होता है कि गुरु अपनी दया उठा लेता है और हमारी इच्छा होने के बावजूद भी काम वहां पे नहीं होता? या कई दफा ऐसा हो सकता है कि गुरु की दया वहां पे मौजूद हो, लेकिन हमारी इच्छा शक्ति में कमी होने की वजह से वो काम हम नहीं कर पा रहे? कोई ऐसा वक्त नहीं कि जब थोड़े ऊपर गुरु की दया ना हो रही हो, लेकिन कई दफा तुसी काम ही ऐसे करते हो जिहदे विच तुसी कामयाब नहीं हुंदे। काम करन तो पहला सोचते नहीं, किसी अपने मित्र की अच्छे की सलाह नहीं लेंदे, इस वास्ते उहदे विच तुसी कामयाब नहीं हुंदे। सत्संगी नूं
ਭੁੱਲ ਕੇ ਵੀ ਨਹੀਂ ਐਸਾ ਸੋਚਣਾ ਚਾਹੀਦਾ ਕਿ ਮੇਰੇ ਉੱਪਰ ਹੁਣ ਦਇਆ ਨਹੀਂ। ਬੇਸ਼ੱਕ ਸਤਸੰਗੀ ਕਿਤਨੇ ਕਸ਼ਟ 'ਚ ਹੈ, ਸੁੱਤਾ ਪਿਆ ਜਾਗਦਾ ਹੈ, ਸੁੱਤਾ ਤਾਂ ਸਤਸੰਗੀ ਹੈ ਲੇਕਿਨ ਗੁਰੂ ਨਹੀਂ ਸੌਂਦਾਗਾ। ਸ਼ਬਦ ਰੂਪ ਹਮੇਸ਼ਾ ਹੀ ਜਾਗਦਾ ਹੈ, ਉਹ ਹਮੇਸ਼ਾ ਹੀ ਆਪਣੀ ਦਇਆ ਕਰਦਾ ਹੈ, ਸਾਹ ਸਾਹ ਨਾ ਕਰਦਾ ਹੈ। ਸਤਸੰਗੀ ਨੂੰ ਭੂਲ ਕਰ ਵੀ ਨਹੀਂ ਸੋਚਣਾ ਚਾਹੀਦਾ ਕਿ ਗੁਰੂ ਕਿਸੇ ਵਕਤ ਦਇਆ ਕਰਦਾ ਹੈ, ਕਿਸੇ ਵਕਤ ਨਹੀਂ ਕਰਦਾ, ਉਹ सत्संग ਹਮੇਸ਼ਾ ਕਰਦਾ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਸਮਝਾਉਣਾ ਹੈ ਕਿ ਇੱਕ ਦੁਨੀਆਦਾਰ ਪਿਤਾ ਆਪਣੇ ਬੱਚੇ ਵਾਸਤੇ ਹਮੇਸ਼ਾ ਹੀ ਬਿਹਤਰੀ ਸੋਚਦਾ ਹੈ। ਅਗਰ ਬੱਚਾ ਕੋਈ ਗਲਤੀ ਕਰ ਬੈਠਦਾ ਹੈ, ਪਿਤਾ ਫਿਰ ਵੀ ਹਿੰਮਤ ਉਹ ਕੰਮ ਲੈਂਦਾ ਹੈ। ਅਗਰ ਉਹ ਕੈਦ ਵੀ ਹੋ ਜਾਂਦਾ ਹੈ ਕਤਲ ਕਰਕੇ, ਪਿਤਾ ਫਿਰ ਵੀ ਅੱਛੇ ਤੋਂ ਅੱਛਾ ਵਕੀਲ ਕਰਦਾ ਹੈ, ਉਹਦੇ ਛਡਾਉਣ ਦੀ ਕੋਸ਼ਿਸ਼ ਕਰਦਾ ਹੈ। ਅਗਰ ਇੱਕ ਦੁਨਿਆਵੀ ਪਿਤਾ ਆਪਣੇ ਬੱਚੇ ਵਾਸਤੇ ਇਹ ਕੁਝ ਕਰ ਸਕਦਾ ਹੈ ਔਰ ਕਰਦਾ ਹੈ, ਜੋ ਸੰਤ ਸਤਿਗੁਰੂ ਕੁੱਲ ਮਾਲਕ ਖੁਦ ਹੀ ਸਾਡੇ ਜੀਵਾਂ ਵਾਸਤੇ ਚੋਲਾ ਧਾਰ ਕੇ ਇਨਸਾਨੀ ਜਾਮੇ ਵਿੱਚ ਆ ਜਾਂਦਾ ਹੈ, ਹਜ਼ਾरों ਹੀ ਮਾਤਾ ਪਿਤਾ ਜੈਸੀ ਉਹ ਹਮਦਰਦੀ ਰੱਖਦਾ ਹੈ। ਸੋਚ ਕੇ ਦੇਖੋ ਕਿ ਉਹ ਸਾਡੇ ਵਾਸਤੇ ਕੋਈ ਕਸਰ ਉਠਾ ਛੱਡਦਾ ਹੈ? ਬਿਲਕੁਲ ਨਹੀਂ ਉਠਾ ਛੱਡਦਾ। ਉਹ ਬੜਾ ਦ੍ਰਿੜ ਵਿਸ਼ਵਾਸ ਦੇ ਨਾਲ ਸਾਡੀ ਪਾਲਣ ਪੋਸ਼ਣ ਵੀ ਕਰਦਾ ਹੈ, ਸਾਡਾ ਖਿਆਲ ਰੱਖਦਾ ਹੈ। ਲੇਕਿਨ ਕਈ ਦਫਾ ਬੱਚਾ ਅਗਨੀ ਦੇ ਵਿੱਚ ਹੱਥ ਪਾਉਂਦਾ ਹੈ, ਮਾਂ ਉਹਨੂੰ ਪਾਉਣ ਨਹੀਂ ਦਿੰਦੀਗੀ। ਉਹਨੂੰ ਪਤਾ ਹੈ ਕਿ ਹੱਥ ਜਲ ਜਾਏਗਾ, ਬੱਚਾ ਕੋਲੇ ਨੂੰ ਹੱਥ ਲਾਉਂਦਾ ਹੈ, ਮਾਤਾ ਪਿਤਾ ਨੂੰ ਪਤਾ ਹੈ ਕਿ ਇਹਦੇ ਹੱਥ ਕਾਲੇ ਹੋ ਜਾਣਗੇ, ਫੌਰਨ ਉਸਦਾ ਹੱਥ ਫੜ ਲੈਂਦੀ ਹੈ। ਇਸੇ ਤਰ੍ਹਾਂ ਸਾਨੂੰ ਖੁਦ ਨੂੰ ਪਤਾ ਨਹੀਂ ਹੁੰਦਾਗਾ ਕਿ ਇਹ ਚੀਜ਼ ਜੋ काम हम कर रहे हैं क्या ਇਹ ਸਾਡੇ ਫਾਇਦੇ ਦਾ ਹੈ ਜਾਂ ਇਹ ਕਫਾਇਦੇ ਦਾ ਹੈ, ਇਹ ਬਿਹਤਰੀ ਦਾ। ਗੁਰੂ ਨੂੰ ਪਤਾ ਹੁੰਦਾ ਹੈ ਕਿ ਇਹਦੇ ਇਹ ਫਾਇਦੇ 'ਚ ਹੈ ਜਾਂ ਕਫਾਇਦੇ 'ਚ ਹੈ। ਹੁਣ ਜੋ ਕੰਮ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾਗਾ ਕਿ ਸਾਡੇ ਫਾਇਦੇ 'ਚ ਹੈ, ਹੁਣ ਸਾਡੀ ਇੱਛਾ ਮੁਤਾਬਕ ਉਹ ਨਹੀਂ ਹੁੰਦਾਗਾ। ਸੋਚ ਕੇ ਦੇਖੋ, ਫਿਰ ਅਸੀਂ ਅਪਾਉ ਲੈ ਆਉਂਦੇ ਹਾਂ ਕਿ ਗੁਰੂ ਦੀ ਦਇਆ ਨਹੀਂ ਸੀ ਇਹਦੇ ਵਿੱਚ। नहीं, गुरु की दया तो है, लेकिन बाद में पता लगता जाके अरसा पा के कि यह काम ठीक सी जिहड़ा साडी इच्छा मुताबक नहीं होया। सतगुरु जद आउंदा है वो सानू सत्संग के जरिए घरेलू जिंदगी सुधारन वास्ते भी जोर दिंदा है कि तुसीं घर नूं स्वर्ग बना के रखो, घर दा वातावरण ना बिगाड़ो, प्यार ना रहो। और ਇਹ ਇੱਕ ਪਰਮਾਰਥ ਦੀ ਨਿਉ ਹੈ। ਅਗਰ ਸਾਡਾ ਇਹ ਵਾਤਾਵਰਨ ਠੀਕ ਹੈ ਤਾਂ ਅੱਗੇ ਸਾਡਾ ਰੂਹਾਨੀ ਸਫ਼ਰ ਬੜਾ ਅੱਛੇ ਢੰਗ ਨਾਲ ਚੱਲ ਸਕਦਾ ਹੈ। ਫਿਰ ਸਾਨੂੰ ਉਹ ਵੀ ਸਮਝਾਉਂਦਾ ਹੈ ਕਿ ਤੁਹਾਡੀਆਂ ਪਰੇਸ਼ਾਨੀਆਂ ਉਹ ਮੇਰੀਆਂ ਹੀ ਪਰੇਸ਼ਾਨੀਆਂ ਹੈ। ਜਰਾ ਸੋਚ ਕੇ ਦੇਖੋ, ਜਦ ਸੇਵਕ ਪਰੇਸ਼ਾਨ ਹੋਵੇ ਕਿ ਜਿਹੜਾ ਤੁਹਾਡੇ ਅੰਦਰ ਸ਼ਬਦ ਰੂਪ ਹੋ ਕੇ ਬੈਠਾ ਹੈ ਉਹ ਨਹੀਂ ਪਰੇਸ਼ਾਨ ਹੋਏਗਾ? ਉਹ ਜ਼ਰੂਰ ਹੋਏਗਾ, ਤੁਹਾਡੇ ਨੂੰ ਕਿਤੇ ਵੱਧ ਪਰੇਸ਼ਾਨ ਹੋਏਗਾ। ਇਸ ਵਾਸਤੇ ਸਾਨੂੰ ਹਮੇਸ਼ਾ ਹੀ ਅਭਿਆਸ ਕਰਕੇ ਅੰਦਰ ਜਾਣਾ ਚਾਹੀਦਾ ਹੈ, ਗੁਰੂ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਜੋ ਵੀ ਕੰਮ ਕਰੋ ਉਹਦਾ ਹੁਕਮ ਲੈ ਕੇ ਕਰੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਕੀ ਵਾਕਿਆ ਸਾਡਾ ਗੁਰੂ ਇਹਦੇ ਵਿੱਚ ਖੁਸ਼ ਹੈ ਜਾਂ ਸਾਡਾ ਗੁਰੂ ਨਾਰਾਜ਼ ਹੈ। ਸੋਚ ਕੇ ਦੇਖੋ, ਜਦ ਸੇਵਕ ਸੰਤ ਮਤ ਤੋਂ ਲਾਂਭੇ ਜਾਂਦਾ ਹੈ, ਸੰਤ ਮਤ ਦੇ ਜੋ ਸਿਧਾਂਤ ਹੈ ਉਹਨਾਂ ਨੂੰ ਛੱਡ ਕੇ ਉਲਟ ਕੰਮ ਕਰਦਾ ਹੈ, ਉਹਦੇ ਵਿੱਚ ਗੁਰੂ ਦੀ ਕਦੇ ਵੀ ਇੱਛਾ ਨਹੀਂ ਹੁੰਦੀਗੀ। ਗੁਰੂ ਤਾਂ ਉਦੋਂ ਤੁਹਾਨੂੰ ਬੜਾ ਧੀਰਜ ਤੋਂ ਗੁਰੂ ਉਦੋਂ ਕੰਮ ਲੈਂਦਾ ਹੈ ਔਰ ਬੜਾ ਹੀ ਸਬਰ ਤੋਂ ਕੰਮ ਲੈਂਦਾ ਹੈ। ਗੁਰੂ ਉਹ ਕਹਿੰਦਾ ਇਹ ਭੁੱਲੜ ਪੁੱਤਰ ਕੀ ਕਰ ਰਿਹਾ ਹੈ, ਉਹ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਆ, ਦਾਸ ਦੁਖੀ ਤੋ ਮੈਂ ਦੁਖੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਸੁਖੀ ਵਸੇ ਮੋਰਾ ਪਰਵਾਰਾ, ਸੇਵਕ ਸਿੱਖ ਸਵਾ ਕਰਤਾਰਾ। जरा सोच के देख लो, जब असी संत मत दे सिद्धांतां तो दूर जाने हैं, ਇਹਦਾ ਮਤਲਬ ਅਸੀਂ ਆਪਣੇ ਗੁਰੂਦੇਵ ਨੂੰ ਪਰੇਸ਼ਾਨੀਆਂ ਖੜੀਆਂ ਕਰ ਰਹੇ ਹਾਂ। ਸਾਨੂੰ ਹਮੇਸ਼ਾ ਹੀ ਸੰਤ ਮਤ ਦੇ ਸਿਧਾਂਤ ਅੰਦਰ ਚੱਲਣਾ ਚਾਹੀਦਾ ਹੈ। ਕਦੇ ਵੀ ਸੇਵਕ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਗੁਰੂ ਦੀ ਦਇਆ ਨਹੀਂ। ਉਹ ਸਾਹ ਸਾਹ ਨਾ ਐਸੇ, ਗੁਰੂ ਨਾਨਕ ਕਹਿੰਦੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸਾਹ ਸਾਹ ਨਾ, ਸਾਹ ਉੱਪਰ ਜਾਂਦਾ ਤਦ ਵੀ ਦਇਆ ਹੈ, ਥੱਲੇ ਆਉਂਦਾ ਤਦ ਵੀ ਦਇਆ है। सदगुरु के ऊपर जोर, कोई भी जोर ना होने, एक तो सदगुरु के ऊपर कोई जोर नहीं है, दूसरी बात यह है कि हम लोग गुरु की दया के आश्रय हैं, गुरु की दया के ऊपर। और आपसे बेनती करते हुए प्यार की, क्या आप हमारे दिल खोल करके कृपाल की जो खूबसूरती है वो बयान कर सकते हो?
ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਮੰਨਦਾ ਹਾਂ ਕਿ ਗੁਰੂ ਤੇ ਸਾਡਾ ਜ਼ੋਰ ਨਹੀਂ, ਲੇਕਿਨ ਜਦ ਮੈਂ ਇਹ ਭਜਨ ਪਰਮ ਪਿਤਾ ਕਿਰਪਾਲ ਦੇ ਅੱਗੇ ਬੋਲਿਆ ਸੀ, ਉਹਨੇ ਮੈਨੂੰ ਇਹ ਕਿਹਾ ਸੀ, ਨਹੀਂ, ਜੋ ਭਜਨ ਸਿਮਰਨ ਕਰਦੇ ਆ ਉਹਨਾਂ ਦਾ ਗੁਰੂ ਤੇ ਜ਼ੋਰ ਹੁੰਦਾ ਹੈ। ਜੋ ਪਿਆਰੇ ਬੱਚੇ ਹੈ ਉਹ ਆਪਣੇ ਪਿਤਾ ਨੂੰ ਪਿਆਰ ਦੀਆਂ ਸੰਗਲੀਆਂ ਨਾਲ ਬੰਨ੍ਹ ਲੈਂਦੇ ਹੈ। ਪਿਤਾ ਇਹ ਨਹੀਂ ਪੁੱਛਦਾ ਕਿ ਮੈਨੂੰ ਕਿਉਂ ਬੰਨਿਆ ਹੈ, ਕਿਉਂਕਿ ਉਹਨਾਂ ਨੇ ਆਪਣੇ ਪਿਆਰ ਵਿੱਚ ਵਸ ਕਰ ਲਿਆ। ਪਿਆਰੇ ਬੱਚੇ ਵਾਸਤੇ ਪਿਤਾ ਕੋਈ ਕਸਰ ਨਹੀਂ ਉਠਾ ਛੱਡਦਾਗਾ। ਉਹ ਬੜੀ ਤੋਂ ਬੜੀ ਕੁਰਬਾਨੀ ਕਰਨੋਂ ਵੀ ਝਿਜਕਦਾ ਨਹੀਂ। ਗੁਰੂ ਦਿਲਾਂ ਦੀਆਂ ਜਾਣਦਾ ਹੈ, ਉਹ ਤੁਹਾਡੇ ਅੰਦਰ ਬੈਠਾ ਹੈ। ਇੱਕ ਦਫਾ ਮੇਰੇ ਦਿਲ ਅੰਦਰ ਇੱਛਾ ਉੱਠੀ ਸੀ, ਮੈਂ ਕੁਛ ਔਲਿਆਂ ਦਾ ਉਚਾਰ ਪਾਇਆ ਸੀਗਾ ਔਰ ਫੁਲਕਾ ਵੀ ਤਿਆਰ ਕੀਤਾ। ਅਚਾਰ ਬੜਾ ਸਵਾਦਿਸ਼ਟ ਸੀਗਾ। ਦਿਲ 'ਚ ਖਿਆਲ ਆਇਆ ਕਿ ਗੁਰੂ ਨਾਨਕ ਦੀ ਭੈਣ ਫੁਲਕਾ ਤਿਆਰ ਕਰਦੀ ਸੀਗੀ। ਉਹਨੇ ਕਿਹਾ ਸੀ, ਇਹ ਤਾਂ ਵੀਰ ਦੇ ਫੁਲਕਾ ਖਾਣ ਵਾਲਾ ਹੈ। ਗੁਰੂ ਨਾਨਕ ਨੇ ਕਾਫੀ ਦੂਰ ਤੋਂ ਚੱਲ ਕੇ ਆ ਕੇ ਉਹਦੀ ਇੱਛਾ ਭੈਣ ਦੀ ਪੂਰੀ ਕੀਤੀ ਸੀਗੀ ਕਿ ਮੇਰੀ ਇੱਛਾ ਵੀ ਪੂਰੀ ਹੋ ਸਕਦੀ ਹੈ। ਇਹ ਇੱਕ ਸਚਾਈ ਹੈ। ਪਰਮ ਪਿਤਾ ਕਿਰਪਾਲ ਉਸੇ ਵਕਤ ਆਇਆ ਕਾਰ ਦੇ ਉੱਪਰ। ਇੱਕ ਪ੍ਰੇਮੀ ਪਹਿਲਾਂ ਭੇਜਿਆ, ਰਾਮ ਲਾਲ, ਕਿ ਜਾ ਬਈ ਤੂੰ ਪਹਿਲਾਂ ਦੱਸ ਦੇ ਕਿ ਮੈਂ ਆ ਰਿਹਾ। ਉਹਨਾਂ ਨੇ ਆ ਕੇ ਖਾਣਾ ਖਾਧਾ। ਉਹ ਮੇਰਾ ਔਲਾ ਖਾਧਾ, ਜਿਸ ਔਲੇ ਦਾ ਮੈਂ ਕਈ ਦਫਾ ਸਤਸੰਗ ਦੇ ਵਿੱਚ ਜ਼ਿਕਰ ਕਰਦਾ ਹੁੰਦਾ ਹੈ। ਪਰਮ ਪਿਤਾ ਨੇ ਕਿਹਾ, ਇਹ ਬਈ ਨਿਮਕ ਹੈ, ਹੁਣ ਤੈਨੂੰ ਕੁਛ ਜ਼ਰੂਰ ਦੇਣਾ ਪਏਗਾ। ਮੈਂ ਇਹ ਕਹਿਣਾ ਹੁੰਦਾ ਹੈ ਕਿ ਪਰਮ ਪਿਤਾ ਨੇ ਮੇਰੀ ਇੱਛਾ ਬੜੀ ਪੂਰੀ ਕੀਤੀ, ਕਿਉਂਕਿ ਉਹ ਦਿਲਾਂ ਦੀਆਂ ਜਾਣਦਾ ਹੈ। ਜੋ ਸਰੂਪ ਪਰਮ ਪਿਤਾ ਕਿਰਪਾਲ ਦਾ ਹੈ ਉਹ ਬਿਆਨ ਵਿੱਚ ਨਹੀਂ ਆ ਸਕਦਾ। ਗੂੰਗਾ ਕਬੀਰ ਸਾਹਿਬ ਕਹਿੰਦੇ ਆ, ਅਗਰ ਮਿਸ਼ਰੀ ਖਾ ਲੇਗਾ ਉਹਦਾ ਸਵਾਦ ਨਹੀਂ ਦੱਸ ਸਕਦਾਗਾ, ਵੱਧ ਤੋਂ ਵੱਧ ਉਹ ਕੱਚਾ ਹੀ ਵਜਾ ਸਕਦਾ ਹੈ। ਇਸੇ ਤਰ੍ਹਾਂ ਉਹ ਸਰੂਪ ਦੇਖਣ ਦੇ ਕਾਬਲ ਹੈ, ਉਹ ਬਿਆਨ ਕਰਨ ਦੇ ਕਾਬਲ ਨਹੀਂ। ਭਾਵੇਂ ਕਰੋੜਾਂ ਗ੍ਰੰਥ ਉਸ ਸਰੂਪ ਦੀ ਮਹਿਮਾ ਕਰ ਲੈਣ, ਫਿਰ ਵੀ ਉਹ ਬਿਆਨ 'ਚ ਨਹੀਂ ਆ ਸਕਦਾਗਾ। ਵੱਧ ਤੋਂ ਵੱਧ ਮੈਂ ਤੁਹਾਨੂੰ ਇੰਨਾ ਹੀ ਦੱਸ ਸਕਦਾ ਹਾਂ ਕਿ ਇਹ ਦੁਨੀਆ ਬੜਾ ਸੰਘਣਾ ਵਿਸ਼ੇ ਵਿਕਾਰਾਂ ਦਾ ਜੰਗਲ ਹੈ। ਮਨ ਔਰ ਆਤਮਾ ਇਹਦੇ ਵਿੱਚ ਪੰਬਲ ਪੂਸੇ ਖਾਂਦੇ ਫਿਰਦੇ ਹੈ। ਜਦ ਕੋਈ ਪੂਰਾ ਗੁਰੂ ਇਹਨਾਂ ਨੂੰ ਮਿਲ ਜਾਂਦਾ ਹੈ, ਇਹ ਸਿਮਰਨ ਦੇ ਜ਼ਰੀਏ ਤੀਸਰੇ ਤਿਲ ਤੇ ਟਿਕਣਾ ਸ਼ੁਰੂ ਕਰ ਦਿੰਦੇ ਹੈ। ਔਰ ਜਦ ਇਹ ਇਦੋਂ ਉੱਪਰ ਜਾਂਦੇ ਹੈ, ਗੁਰੂ ਸਰੂਪ ਤੱਕ ਪਹੁੰਚ ਜਾਂਦੇ ਹੈ, ਉਹ ਮਨ ਮੋਹਣਾ ਸਰੂਪ ਜੋ ਸ਼ਬਦ ਸਰੂਪ ਹੈ, ਉਹਦੇ ਅੰਦਰ ਇਸ ਤਰ੍ਹਾਂ ਕਸ਼ਿਸ਼ ਹੁੰਦੀ ਹੈ ਕਿ ਜਿਸ ਤਰ੍ਹਾਂ ਮੈਗਨੇਟ ਦੇ ਵਿੱਚ ਹੁੰਦੀ ਹੈ। ਜਦ ਮੈਗਨੇਟ ਦੇ ਦਾਇਰੇ ਅੰਦਰ ਲੋਹਾ ਆ ਜਾਵੇ, ਉਹ ਫੌਰਨ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਜਦ ਸਾਡੀ ਆਤਮਾ ਉਸ ਸ਼ਬਦ ਦੇ ਦਾਇਰੇ ਅੰਦਰ ਆ ਜਾਂਦੀ ਹੈ, ਅੰਦਰ ਚਲੀ ਜਾਂਦੀ ਹੈ, ਉਹ ਸਰੂਪ ਫਿਰ ਸਾਡੀ ਆਤਮਾ ਨੂੰ ਆਪਣੇ ਨਾਲ ਖਿੱਚ ਲੈਂਦਾ ਹੈ। ਜਦ ਅਸੀਂ ਉੱਥੇ ਦੇਖਦੇ ਹਾਂ ਕਿ ਸਾਡੇ ਗੁਰੂ ਦੀ ਅੰਦਰਲੇ ਮੰਡਲਾਂ ਉੱਪਰ ਕੀ ਪੋਜੀਸ਼ਨ ਹੈ, ਕੀ ਹੈਸੀਅਤ ਹੈ, ਕਿਸ ਤਰ੍ਹਾਂ ਇਸ ਦੀ ਹਰ ਇੱਕ ਉੱਪਰਲੇ ਮੰਡਲਾਂ ਦੇ ਵਿੱਚ ਵਿਰੋਧੀ ਤਾਕਤਾਂ ਇੱਜ਼ਤ ਕਰਦੀਆਂ ਹੈ, ਫਿਰ ਅਸੀਂ ਗੁਰੂ ਨੂੰ ਛੱਡ ਨਹੀਂ ਸਕਦੇਗੇ, ਗੁਰੂ ਨੂੰ ਭੁਲਾ ਨਹੀਂ ਸਕਦੇਗੇ। ਔਰ ਕਦੇ ਵੀ ਅਸੀਂ ਗੁਰੂ ਨੂੰ ਸੁਪਨੇ 'ਚ ਵੀ ਭੁਲਾ ਨਹੀਂ ਸਕਦੇ, ਨਾ ਸੁੱਤੇ ਨਾ ਜਾਗਦੇ। ਫਿਰ ਹੀ ਸਾਡੇ ਦਿਲ ਅੰਦਰ ਸੱਚੀ ਇੱਜ਼ਤ, सच्चा प्यार गुरु प्रति आउंदा है। दूसरी बात ये है कि जो आप अभ्यास करने से पहले ये कहते हो कि जब हम अपने मन और आत्मा को तीसरे दिल से नीचे जाने की आज्ञा देते हैं तब हम बहुत सारी ताकत खो बैठते हैं। तो कौन सी ऐसी ताकत है जो हम खो बैठते हैं? क्या वो शारीरिक ताकत खो बैठते हैं? और ऐसा क्यों है? जब हम तीसरे दिल से नीचे आते हैं तो क्यों ताकत खो बैठते हैं? तीसरी बात यह है कि महाराज जी ये कहा करते थे कि जब हम ज्योत देखते हैं सिर्फ उसी समय हम तरक्की कर रहे होते हैं और ज्योत देखने से ही हमारी तरक्की होती है। तो मेरा सवाल ये है कि ऐसा क्यों है? ज्योत देखने से क्यों हमारी तरक्की होती है? इसमें कौन सी क्रिया है?
हाँ भाई, हजूर महाराज कृपाल ने काफी इस बात के उत्ते सत्संगां अंदर चानना पाया सुबह के टाइम का, क्योंकि एक तो असी दिन भर के जो कारोबार किए होंगे है उस नींद लैके बिल्कुल भुल चुके होंगे हैं। नींद आने के नाल शरीर हल्का फुल्का होया हुंदा है और उस तो बाद आत्मा ने शरीर के अंदर उसी वक्त प्रवेश किया हुंदा है। उस वेले अभ्यास करने वाले की आत्मा जल्दी ही शरीर नूं छड्डण दे विच कामयाब हो जाती है। उस तो बाद घर के अंदर या महल्ले के अंदर कोई शोर शराबा उस वेले नहीं हुंदा, सब लोग सोए पड़े हुंदे हैं। अभ्यासी नूं उस वक्त शांत वातावरण तो फायदा उठाना चाहिए। रही हुण जो आपने कहा है कौन सी शक्ति नौ द्वारिਆਂ ਦੇ ਵਿੱਚ जब मन आत्मा आ जाते अगवा रहे होंगे हैं, ਇਹਦੇ ਵਿੱਚ जरा ਤੁਸੀਂ सोच के देख लो ਤੁਹਾਡਾ जो सफर है वो तो इत्थों शुरू ਹੁੰਦਾ है। जब ਤੁਸੀਂ थल्ले आओगे ये ਤੁਸੀਂ खुद ही सोच के देख लो, ਇੱਥੇ ਤੁਹਾਡਾ मन ਤੁਹਾਨੂੰ दुनिया के ख्याल ही उठाएगा। जब ख्याल उठणगे वो इच्छा पैदा करनगे, जब इच्छा उठेगी फिर उसकी पूर्ति वास्ते कई ऐसे अजोग काम भी तुसी करते रहने हो। उस तो बाद जोत, क्योंकि साडा मकसद ही संत मत दे अंदर जोत दे विच जाना है और ये जोत ही जीवन है। ये परम पिता परमात्मा की जोत है, ये विच जाना ही साडी जिंदगी है। ये जोत सचखंड तो साडे अंदर परमात्मा ने जगाई हुई है। हर मंजिल के अंदर यही जोत आ रही है। जिमें जिमें असी अभ्यास करांगे इस जोत के होर भी नजदीक होंदे जावांगे, आखिर कित्थे पहुंच जावांगे। इस प्रकाश दे विच असी आपदा रस्ता नहीं भुलांगे और ये प्रकाश भी सानू, मैं पहले दिन जिहड़ा सत्संग दिता सीगा कि ये गुरु का ही प्रकाश है, उस परमात्मा का ही प्रकाश है, क्योंकि गुरु कोल मालक हुंदा है। इस वास्ते असी जो जावांगे सारा रास्ता देखते जावांगे। Could you speak loudly? Would you like to use this blanket? कहता कंबल इस्तेमाल करना चाहोगे आप? धन्यवाद, कोई लोड़ नहीं, मेरे काफी हमदर्दी के लिए धन्यवाद। कहते हैं सुबह के अभ्यास के बाद में जब हम आपके पीछे आते हैं और जब आप ऊपर सीढ़ियां चढ़ जाते हैं तब भी हम लोग वहां खड़े रहते हैं, क्या ये नाजायज? देखो भाई, आपका मन खुश करना है, जायज हो नजायज हो, गुरु का दर्शन किसी भी हिसाब न मिल जाए, सवाल तो दर्शन करना है। मैं थानू बड़ी एक महाराज सावण सिंह और उन्हों का एक सेवक बलोचिस्तानी मस्ताना सी, उन्हों का एक चश्मदीद वाकया दसदा है। वो इस तरह सी कि उदों ब्यास डेरे के अंदर कोई बिजली वगैरह नहीं हुंदी सी, पखा वगैरह, तो हथ नाल ये हजूर महाराज सावण सिंह ते पखा करते हुंदे सीगे। एक प्रेमी पखा कर रहा सी, मस्ताने बलोचिस्तानी के दिल च यह ख्याल आया कि यह बड़ा चौधरी है जिहड़ा पखा कर रहा, कि मेरा हक नहीं, कि यह मेरा मालक नहीं। उन्होंने कई आदमियों ने रोकया और मस्ताने दे यही दिमाग च आई भी गुरु वास्ते किड्डी भी कुर्बानी की जावे छोटी है। जद महाराज सावण सिंह ये गल कहंदे आ, सप्पां वाड़ समुंद कर शेरां पए बकुन, जे जम होवे पहरू प्रेमी ना रकुन। ये तो एक बंदा है, आखिर धक्का लगा लगू के लंघ गया, अगे जाके उसका पखा फड़ लिया। हुण वो भी आकड़िया सीगा भी मैं पखा चल रहा। मस्ताने ने उस पखा खोण की कोशिश की, हुण क्यों छड़दा है। अखीर मस्ताने ने जफा पा के महाराज सावण सिंह दे उपरी सिट लिया। महाराज कहने लगे क्यों भी तू हटदा नहीं? वो कहंदा जी मस्ताना नहीं हटदागा। महाराज जी परे नूं हो गए, आखे मस्ताना नहीं हटदा। वो कहने लगे अगर ये नहीं हटदा तो तू हट जा। जब ऐसा हुआ
महाराज जी काफी खफा होए। ताना जी कहन लग्या, सच्चे पातशाह ये क्यों नहीं पखा दिंदा गा कि इसदा तेरे ते ज्यादा हक है। महाराज कहन लगे, तू जा खूह दे विच छाल मार, तू मैनू तंग बहुत करदा है। हुण तुहानू पता ही है जिहड़ा प्रेमी है वो रुकदा नहीं गा, क्यों कि गुरु दे हुक्म मनना बड़ा जरूरी हुंदा है। उसने एक कुएं दे अंदर नजदीक ही सी सत्संग करदे, ਉਹਦੇ ਵਿੱਚ ਜਾ ਕੇ ਛਲਾਂਗ ਲਗਾਈ। महाराज सावण सिंह बई बड़ी जल्दी गए, थल्ले रस्सा वगाया, ਉਹਨੂੰ ਕਹਿਣ ਲੱਗੇ ਵੀ ਤੂੰ ਰੱਸਾ ਪਕੜ ਉੱਪਰ ਆ ਜਾ। ਉਹ ਰੱਸੇ ਨੂੰ ਹੱਥ ਨਾ ਪਾਵੇ, ਪਾਣੀ ਕਾਫੀ ਕੂਏ ਦੇ ਅੰਦਰ ਗਹਿਰਾ ਸੀ। ਉਹ ਕਹਿਣ ਲੱਗਿਆ, हमने ਤਾਂ ਹੁਕਮ ਮੰਨਣਾ ਹੈ, ਹੁਣ ਤੂੰ ਡੁੱਬਣ ਕਿਉਂ ਨਹੀਂ ਦਿੰਦਾ। ਯਾਨੀ ਉਸ ਦਾ ਇਹ ਕਹਿਣ ਸੀਗਾ ਕਿ ਥੱਲੇ ਸਾਵਣ ਸ਼ਾਹ ਹੱਥ ਦੇ ਖੜਾ ਹੈ। ਸੋ ਇਸ ਵਾਸਤੇ ਮਸਤਾਨਾ ਬਲੋਚਿਸਤਾਨੀ ਕਹਿੰਦਾ ਹੁੰਦਾ ਸੀਗਾ ਵੀ ਗੁਰੂ ਦਾ ਦਰਸ਼ਨ ਕਰਨ ਵਾਸਤੇ ਕਿੱਡੀ ਵੀ ਵੱਡੀ ਰੁਕਾਵਟ ਕਿਉਂ ਨਾ ਹੋਵੇ, ਕਿੱਡੇ ਵੀ ਕਰੜੇ ਹੁਕਮ ਕਿਉਂ ਨਾ ਆਉਂਦੇ ਹੋਣ, ਭਾਵੇਂ ਉੱਥੇ ਜੰਮ ਜਿਸਨੇ ਸਾਹ ਕੱਢਣਾ ਉਹ ਵੀ ਕਿਉਂ ਨਾ ਖੜਾ ਹੋਵੇ, ਸ਼ੇਰ ਵੀ ਕਿਉਂ ਨਾ ਬੁਕਦਾ ਹੋਵੇ, ਤਾਂ ਕਹਿਣ ਲੱਗੇ ਪ੍ਰੇਮੀ ਕਦੇ ਵੀ ਗੁਰੂ ਦੇ ਦਰਸ਼ਨ ਤੋਂ ਰੁਕੇਗਾ ਨਹੀਂ। ਮਹਾਤਮਾ ਚਤਰਦਾਸ ਨੂੰ ਵੀ ਮਹਾਰਾਜ ਸਾਵਣ ਸਿੰਘ ਤੋਂ ਨਾਮ ਸੀਗਾ। ਉਹ ਲਿਖਦੇ ਹੈ, ਬੇਪਰਵਾਹ ਪੀਆ ਪਰ ਪਾਸ ਖੜਨ ਨਾ ਦੇਵੇ, ਛਾਇਆ ਤੱਕ ਬੇਸਬਰਾ ਆਸ਼ਿਕ ਦਿਲ ਨੂੰ ਖੁਸ਼ ਕਰ ਲੇਵੇ, ਇਹ ਵੀ ਜਾਣ ਗਨੀਮਤ ਦਿਲ ਨੂੰ ਲੱਖ ਲੱਖ ਸ਼ੁਕਰ ਕਰੇਵੇ। ਬੇਪਰਵਾਹ ਪੀਆ, ਗੁਰੂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ ਜੀ, ਉਹ ਮਾਲਕ ਵਿੱਚ ਸਮਾਇਆ ਹੁੰਦਾ, ਉਹ ਆਪਣੇ ਗੁਰੂ ਦੇ ਪਿਆਰ ਵਿੱਚ ਹੁੰਦਾ ਹੈ। ਉਹ ਹਰ ਇੱਕ ਨੂੰ ਨੇੜੇ ਨਹੀਂ ਲੱਗਣ ਦਿੰਦਾ ਗਾ। ਬੇਪਰਵਾਹ ਪੀਆ ਪਰ ਪਾਸ ਖੜਨ ਨਾ ਦੇਵੇ, ਤੋ ਛਾਇਆ ਤੱਕ ਬੇਸਬਰਾ ਆਸ਼ਿਕ ਦਿਲ ਨੂੰ ਖੁਸ਼ ਕਰ ਲੇਵੇ। ਉਹ ਉਹਦਾ ਦੂਰੋਂ ਹੀ ਛਾਇਆ ਵਗੈਰਾ ਯਾਨੀ ਦੂਰੋਂ ਹੀ ਸਰੂਪ ਨੂੰ ਤੱਕਦਾ ਹੈ, ਦਿਲ ਨੂੰ ਖੁਸ਼ ਕਰ ਲੇਵੇ। ਤੋ ਚਿੱਕ ਝਰੋਕੇ ਪਾਸ ਖੜੋ ਕੇ ਦੂਰੋਂ ਯਾਰ ਤੱਕੇਂਦਾ, ਇਹ ਵੀ ਜਾਣ ਗਨੀਮਤ ਦਿਲ ਵਿੱਚ ਲੱਖ ਲੱਖ ਸ਼ੁਕਰ ਕਰੇਂਦਾ। ਉਹ ਫਿਰ ਦੂਰ ਜਾ ਕੇ ਖੜ ਜਾਂਦਾ, ਚਲ ਇੱਥੋਂ ਥੋੜਾ ਬਹੁਤਾ ਤਾਂ ਦਿਸਦਾ ਹੀ ਹੈ। ਇੱਕ ਦਫਾ ਪਰਮ ਪਿਤਾ ਕਿਰਪਾਲ ਮੇਰੇ ਚਵਾਰੇ ਅੰਦਰ ਆਰਾਮ ਕਰ ਰਹੇ ਸਨ। ਦੋ ਪ੍ਰੇਮੀ ਪਤਾ ਨਹੀਂ ਕਿੱਧਰ ਦੀ ਉਹ ਪੌੜੀ ਚੜੇ, ਉਹਨਾਂ ਨੇ ਜਾ ਕੇ ਬੂਹਾ ਖੋਲ ਲਿਆ। ਮਹਾਰਾਜ ਜੀ ਜਿਵੇਂ ਬਿਜਲੀ ਕੜਕਦੀ ਹੈ ਐਂ ਬੋਲੇ ਜੀ, ਕਿਉਂ ਤੁਸੀਂ ਆਰਾਮ ਨਹੀਂ ਕਰਨ ਦਿੰਦੇ। ਤੋ ਇੱਕ ਪ੍ਰੇਮੀ ਦੂਸਰੇ ਨੂੰ ਕਹਿਣ ਲੱਗਿਆ, ਕਿਉਂ ਮਿਲੀ ਪ੍ਰਸ਼ਾਦੀ, ਵੇਖ ਕਿੱਡੀ ਸਵਾਦ ਹੈ। ਬੜਾ ਦਿਲ ਖੁਸ਼ ਹੋਇਆ ਦਰਸ਼ਨ ਕਰਕੇ। ਤੋ ਕਹਿਣ ਦਾ ਭਾਵ ਪ੍ਰੇਮੀ ਹਮੇਸ਼ਾ ਖੁਸ਼ ਹੁੰਦਾ ਹੈ। ਪ੍ਰੇਮੀ ਨੂੰ ਤਾਂ ਦਰਸ਼ਨਾਂ ਤੱਕ ਮਤਲਬ ਹੁੰਦਾ ਹੈ, ਉਹ ਦਰਸ਼ਨਾਂ ਵਾਸਤੇ ਕਿਸੇ ਦੀ ਪਰਵਾਹ ਨਹੀਂ ਕਰਦਾ। ਉਸ ਦਿਆਲੂ ਪ੍ਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਜਿੱਥੇ ਸੰਤਾਂ ਮਹਾਤਮਾ ਨੇ ਸ਼ਬਦ ਦੀ, ਗੁਰੂ ਦੀ ਭਰਪੂਰ ਮਹਿਮਾ ਕੀਤੀ ਹੈ, ਉੱਥੇ ਮਨ ਦੀ ਵੀ ਮਹਾਤਮਾ ਨੇ ਬੜੇ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ। ਮਨ ਨੂੰ ਚੋਰ ਕਿਹਾ, ਚੁਗਲ ਕਿਹਾ, ਸਵਾਨ ਕਿਹਾ ਹੈ, ਕੁਬੁੱਧ ਕਿਹਾ ਹੈ, ਬਾਂਦਰ ਕਿਹਾ ਹੈ, ਚੰਚਲ ਕਿਹਾ ਹੈ, ਛਲੀਆ ਕਿਹਾ ਹੈ। ਸਵਾਮੀ ਜੀ ਮਹਾਰਾਜ ਨੇ ਹੋਰ ਵੀ ਕਈ ਇਹਨੂੰ ਨਾਮ ਦਿੱਤੇ ਹਨ। ਗੁਰੂ ਨਾਨਕ ਨੇ ਇਹਨੂੰ ਸਵਾਨ ਵੀ ਕਿਹਾ ਹੈ, ਮੈਗਲ ਹਾਥੀ ਵੀ ਕਿਹਾ ਹੈ। ਹੋਰ ਵੀ ਸਭ ਸੰਤਾਂ ਮਹਾਤਮਾ ਨੇ ਨਾਮ ਦੀ, ਮਨ ਦੀ ਨਿਖੇਧੀ ਕੀਤੀ ਹੈ। ਕਬੀਰ ਸਾਹਿਬ ਨੇ ਮਨ ਨੂੰ ਭੂਤ ਕਿਹਾ ਹੈ ਔਰ ਨਾ ਵਸਾਉਣ ਵਾਲਾ ਕਿਹਾ ਹੋਇਆ ਹੈ, ਕਰਾਹੇ ਪਾਉਣ ਵਾਲਾ ਕਿਹਾ ਹੋਇਆ ਹੈ। ਗੌਰ ਨਾਲ ਸਵਾਮੀ ਜੀ ਮਹਾਰਾਜ ਦੀ ਬਾਣੀ ਸੁਣਨ ਵਾਲੀ ਹੈ।
ਕਿ ਕਿਸ ਤਰ੍ਹਾਂ ਤੁਸੀਂ ਸੰਤਾਂ ਦੀ ਸ਼ਰਨ ਵਿੱਚ ਜਾਓ, ਮਨ ਦੇ ਕਹੇ ਨਾ ਲੱਗੋ। ਸਾਨੂੰ ਸਭ ਨੂੰ ਉਸ ਪਰਮਾਤਮਾ ਦੀ ਖੋਜ ਹੈ। ਸਭ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਕਿਉਂਕਿ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਇਹ ਉਹ ਸਤਨਾਮ ਦੇ ਸਮੁੰਦਰ ਦੀ ਬੂੰਦ ਹੈ। ਅਸੀਂ ਦੇਹ ਦੇ ਅੰਦਰ ਆ ਕੇ ਜੋ ਵੀ ਕਰਮ ਕਰਦੇ ਹਾਂ, ਮਨ ਦੇ ਮਗਰ ਲੱਗ ਕੇ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ। ਜੋ ਵੀ ਅਸੀਂ ਕਰਮ ਕਰਦੇ ਹਾਂ, ਉਹਨਾਂ ਦੇ ਬੱਝੇ ਹੋਏ ਅਸੀਂ ਭੋਗਣ ਵਾਸਤੇ, ਉਹਨਾਂ ਦਾ ਸਵਾਦ ਚੱਖਣ ਵਾਸਤੇ ਅਸੀਂ ਵਾਰ-ਵਾਰ ਸੰਸਾਰ ਦੇ ਵਿੱਚ ਜਨਮ ਲੈਂਦੇ ਹਾਂ। ਕੋਈ ਮਿਰਚਾਂ ਦਾ ਖੇਤ ਬੀਜਦਾ ਹੈ, ਉਹਨੂੰ ਮਿਰਚਾਂ ਕੱਟਣ ਵਾਸਤੇ ਜਾਣਾ ਪੈਂਦਾ ਹੈ। ਅਗਰ ਕੋਈ ਅੰਬ ਦਾ ਪੌਦਾ ਲਾਉਂਦਾ ਹੈ, ਉਸ ਨੂੰ ਅੰਬ ਤੋੜਨ ਵਾਸਤੇ ਜਾਣਾ ਪੈਂਦਾ ਹੈ। ਪਿਆਰਿਓ, ਖੇਤ ਅੰਦਰ ਤਾਂ ਜਾਣਾ ਹੀ ਪੈਂਦਾ ਹੈ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਪਾਪ ਪੁੰਨ ਕੀ ਹੈ ਇਹ ਨਗਰੀਆ, ਸੋ ਉਭਰੇ ਜੋ ਸਤਿਗੁਰ ਸਰਣਈਆ। ਅਗਰ ਸਾਡੇ ਪਾਪ ਹੀ ਪਾਪ ਹੁੰਦੇ, ਅਸੀਂ ਨਰਕਾਂ ਦੇ ਵਿੱਚ ਬੈਠੇ ਹੁੰਦੇ। ਅਗਰ ਸਾਡੇ ਸਾਰੇ ਪੁੰਨ ਹੀ ਪੁੰਨ ਹੁੰਦੇ, ਅਸੀਂ ਸਵਰਗਾਂ ਦੇ ਵਿੱਚ ਬੈਠੇ ਹੁੰਦੇ। ਹੁਣ ਕੁਛ ਪੁੰਨ ਰਲੇ ਹੈ, ਕੁਛ ਪਾਪ ਰਲੇ ਹੈ। ਸਾਨੂੰ ਇਨਸਾਨ ਦਾ ਜਾਮਾ ਮਿਲਿਆ ਹੈ, ਇਹਦੇ ਵਿੱਚ ਬੈਠ ਕੇ ਅਸੀਂ ਪੁੰਨਾਂ ਦਾ ਇਨਾਮ ਵੀ ਵੀ ਭੋਗਦੇ ਹਾਂ, ਪਾਪਾਂ ਦਾ ਵੀ ਭੋਗਦੇ ਹਾਂ। ਅਸੀਂ ਪੁੰਨਾਂ ਦਾ ਇਨਾਮ ਭੋਗਦੇ ਵਕਤ ਵੀ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਈਸ਼ਰਤਾ ਦੇ ਵਿੱਚ ਪੈ ਜਾਂਦੇ ਹਾਂ, ਵਿਸ਼ੇ ਵਿਕਾਰਾਂ ਵਿੱਚ ਪੈ ਜਾਂਦੇ ਹਾਂ। ਔਰ ਜਦੋਂ ਪਾਪਾਂ ਦਾ ਅਸੀਂ ਨਤੀਜਾ ਭੁਗਤਦੇ ਹਾਂ, ਬੁਰੇ ਕਰਮਾਂ ਦਾ ਸਜ਼ਾ ਭੁਗਤਦੇ ਹਾਂ, ਉਦੋਂ ਅਸੀਂ ਰੋਂਦੇ ਹਾਂ, ਚੀਕਦੇ ਹਾਂ, ਚਲਾਉਂਦੇ ਹਾਂ। ਬਲਕਿ ਪਰਮਾਤਮਾ ਦੀ ਭਗਤੀ ਤਾਂ ਕੀ ਕਰਨੀ ਸੀ, ਉਹਦੇ ਵਿੱਚ ਨੁਕਸ ਕੱਢਣੇ ਸ਼ੁਰੂ ਕਰਦੇ ਹਾਂ। ਸਭ ਸੰਤ ਮਹਾਤਮਾ ਸਾਨੂੰ ਕਹਿੰਦੇ ਆ, ਤੁਸੀਂ ਪਰਮਾਤਮਾ ਦੇ ਨਾਲ ਪਿਆਰ ਕਰੋ ਔਰ ਤਨੋ ਮਨੋ ਉਸ ਦੇ ਨਾਲ ਪਿਆਰ ਕਰੋ, ਕਿਉਂਕਿ ਪਰਮਾਤਮਾ ਦਾ ਰੂਪ ਹੀ ਪਿਆਰ ਹੈ ਔਰ ਉਹਦਾ ਸਰੂਪ ਵੀ ਪਿਆਰ ਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸ ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ, ਉਹਦੇ ਨਾ ਰੰਗ ਦਾ ਪਤਾ ਹੈ, ਨਾ ਰੂਪ ਦਾ ਪਤਾ ਹੈ, ਨਾ ਰੇਖ ਦਾ ਪਤਾ, ਨਾ ਭੇਖ ਦਾ ਪਤਾ ਹੈ, ਨਾ ਉਹਦੇ ਸਾਨੂੰ ਕਿਸੇ ਟਿਕਾਣੇ ਦਾ ਪਤਾ ਹੈ। ਅਸੀਂ ਉਹਦੇ ਨਾਲ ਕਿਸ ਤਰ੍ਹਾਂ ਪਿਆਰ ਕਰ ਸਕਦੇ ਹਾਂ? ਇੱਥੇ ਆ ਕੇ ਅਸੀਂ ਬੜੀ ਉਲਝਣ ਦੇ ਵਿੱਚ ਪੈ ਜਾਂਦੇ ਹਾਂ। ਮਹਾਰਾਜ ਸਾਵਣ ਸਿੰਘ ਬੜੀ ਇੱਕ ਅੱਛੀ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸੀਗੇ ਕਿ ਸਾਰੀ ਦੁਨੀਆ 5 ਤੱਤਾਂ ਦੀ ਬਣੀ ਹੋਈ ਹੈ। ਹਰ ਇੱਕ ਦੇ ਅੰਦਰ ਸਾਰੀ ਦੁਨੀਆ 5 ਤੱਤਾਂ ਦੀ ਬਣੀ ਹੋਈ ਹੈ। ਅਗਨੀ ਹੈ, ਪ੍ਰਿਥਵੀ ਹੈ, ਪਾਣੀ ਹੈ, ਆਕਾਸ਼ ਹੈ ਔਰ ਬਨਸਪਤੀ ਦੇ ਅੰਦਰ ਇੱਕ ਤੱਤ ਹੈ। ਔਰ ਜੋ ਪ੍ਰਿਥਵੀ ਚੋਂ ਪੈਦਾ ਹੁੰਦੇ ਹੈ, ਸੱਪ ਹੈ, ਛਪਕੀਲੀਆਂ ਹਨ, ਇਹਦੇ ਵਿੱਚ 2 ਤੱਤ ਹੈ, ਅਗਨੀ ਦਾ ਔਰ ਪ੍ਰਿਥਵੀ ਦਾ। ਜਾਨਵਰਾਂ ਦੇ ਅੰਦਰ 3 ਤੱਤ ਹੈ, ਇਨਸਾਨ ਔਰ ਚੌਪਾਏ ਜਾਨਵਰਾਂ ਦੇ ਅੰਦਰ 4 ਤੱਤ ਹੈ, ਇਨਸਾਨ ਦੇ ਅੰਦਰ 5 ਤੱਤ ਹੈ। ਹੁਣ 5 ਤੱਤ ਹਰ ਇੱਕ ਦੇ ਅੰਦਰ ਹੈ। ਇਸ ਵਾਸਤੇ ਅਸੀਂ ਇੱਥੇ ਆ ਕੇ ਮੁਨਕਰ ਹੋ ਜਾਂਦੇ ਹਾਂ ਕਿ ਜਦੋਂ ਸਾਡੇ ਸਾਰਿਆਂ ਦੇ ਅੰਦਰ 5 ਤੱਤ ਹੈ, ਅਸੀਂ ਕਿਸੇ ਨੂੰ ਮੰਨੀਏ ਤੇ ਕਿਉਂ ਮੰਨੀਏ, ਕਿਸੇ ਇਨਸਾਨ ਦੀ ਭਗਤੀ ਕਰੀਏ ਤੇ ਕਿਉਂ ਕਰੀਏ? ਇਹ ਸਵਾਲ ਦਾ ਜਵਾਬ ਹੈਗਾ, ਮਹਾਰਾਜ ਜੀ ਕਹਿੰਦੇ ਹੁੰਦੇ ਕਿ ਅਗਰ ਇੱਕ ਮਕਾਨ ਦੇ ਅੰਦਰ ਬਹੁਤ ਸਾਰੇ ਰੇਡੂਏ ਬੈਟਰੀਆਂ ਰੱਖੀਆਂ ਹੋਣ, ਉਹਨਾਂ ਰੇਡੂਆਂ ਦਾ ਕਿਸੇ ਵੀ ਬੈਟਰੀ ਦੇ ਨਾਲ ਜਾਂ ਬਿਜਲੀ ਦੇ ਨਾਲ ਕਨੈਕਸ਼ਨ ਨਾ ਹੋਵੇ, ਅਸੀਂ ਕਿਸੇ ਵੀ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ ਕਿ ਜਦ ਉਹਨਾਂ ਨੂੰ ਜੋੜਨ ਵਾਲਾ ਕੋਈ ਮਕੈਨਿਕ ਆ ਜਾਂਦਾ ਹੈ, ਉਹ ਬੈਟਰੀ ਨੂੰ ਅਸੀਂ ਜਦੋਂ ਰੇਡੀਓ ਦੇ ਨਾਲ ਜੋੜ ਦਿੰਦੇ ਹਾਂ, ਅਸੀਂ ਜਿਸ ਵੀ ਚਾਹੇ ਮੁਲਕ ਦੀਆਂ ਅਸੀਂ ਖਬਰਾਂ ਸੁਣ ਸਕਦੇ ਹਾਂ। ਅਸੀਂ ਕਿਸ ਮਹਾਤਮਾ ਕੋਲੇ ਜਾਣਾ ਹੈ ਜਿਨ੍ਹਾਂ ਦੀ ਬੈਟਰੀ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਉਹ ਮਕੈਨਿਕ ਹੈ, ਉਹ ਇੰਜੀਨੀਅਰ ਹੈ, ਉਹਨਾਂ ਨੂੰ ਤਜਰਬਾ ਹੁੰਦਾ ਹੈ। ਸਾਡੇ ਅੰਦਰ ਬੈਟਰੀ ਵੀ ਹੈ, ਤਾਰ ਵੀ ਹੈ, ਬਿਜਲੀ ਵੀ ਹੈ, ਲੇਕਿਨ ਸਾਡੀ ਬੈਟਰੀ ਜੁੜੀ ਹੋਈ ਨਹੀਂ, ਅਸੀਂ ਉਹਨੂੰ ਜੋੜਨ ਦਾ ਤਜਰਬਾ ਨਹੀਂ ਰੱਖਦੇ ਗੇ। ਸੋ ਮਹਾਤਮਾ ਦੇ ਪਾਸ ਅਸੀਂ ਇਸ ਵਾਸਤੇ ਜਾਣਾ ਹੈ ਕਿ ਉਹ ਸਾਡੇ ਤੇ ਰਹਿਮ ਕਰਕੇ, ਦਇਆ ਕਰਕੇ ਸਾਡੀ ਬੈਟਰੀ ਨੂੰ ਉਸ ਰੇਡੂਏ ਦੇ ਨਾਲ ਜੋੜ ਦਿੰਦੇ ਹੈ। ਐਸੇ ਮਾਲਕ ਦੇ ਪਿਆਰੇ ਸਾਨੂੰ ਦੱਸਦੇ ਹੈ ਕਿ ਅਸੀਂ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਫਸੇ ਹਾਂ। ਅਸੀਂ ਸਿਮਰਨ ਦੇ ਜ਼ਰੀਏ ਫਸੇ ਹੋਏ ਹਾਂ, ਵਾਰ-ਵਾਰ ਆਉਂਦੇ ਹਾਂ। ਜਿਨ੍ਹਾਂ ਚੀਜ਼ਾਂ ਦਾ ਅਸੀਂ ਸਿਮਰਨ ਕਰਦੇ ਹਾਂ, ਕੋਈ ਬੀਵੀ ਦਾ ਸਿਮਰਨ ਕਰਦਾ ਹੈ, ਕੋਈ ਬੱਚਿਆਂ ਦਾ ਕਰਦਾ ਹੈ, ਕੋਈ ਕੌਮ ਦਾ ਸਿਮਰਨ ਕਰਨ ਲੱਗਿਆ ਪਿਆ ਹੈ ਔਰ ਕੋਈ ਧਨ ਦੌਲਤ ਦਾ ਸਿਮਰਨ ਕਰਨ ਲੱਗਿਆ ਪਿਆ ਹੈ। ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਉਹਦਾ ਧਿਆਨ ਵੀ ਆਪਣੇ ਆਪ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਰਾਤ ਨੂੰ ਸੁਪਨ ਵੀ
ਇਹਨਾਂ ਦੇ ਆਉਣੇ ਸ਼ੁਰੂ ਹੋ ਜਾਂਦੇ ਹੈ। ਆਖਰੀ ਵਕਤ ਜਿਸ ਪਾਸੇ ਸਾਡਾ ਖਿਆਲ ਹੁੰਦਾ ਹੈ ਉਸੇ ਰੋ ਦੇ ਵਿੱਚ ਅਸੀਂ ਬਹਿ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਕਹਿੰਦੇ ਹੈ ਕਿ ਸਿਮਰਨ ਦੀ ਤਾਂ ਤੁਹਾਨੂੰ ਆਦਤ ਪਹਿਲਾਂ ਤੋਂ ਹੀ ਪਈ ਹੋਈ ਹੈ, ਸੋ ਇਹ ਕੋਈ ਮੁਸ਼ਕਿਲ ਵਾਲੀ ਬਾਤ ਨਹੀਂ ਗੀ। ਇਸ ਵਾਸਤੇ ਕਹਿੰਦੇ ਹੈ ਕਿ ਪਾਣੀ ਦੀ ਮਾਰੀ ਹੋਈ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਸੋ ਮਹਾਤਮਾ ਸਾਨੂੰ ਆਪਣਾ ਕਮਾਇਆ ਹੋਇਆ ਸਿਮਰਨ ਦਿੰਦੇ ਹੈ, ਜਿਹਦੇ ਪਿੱਛੇ ਉਹਨਾਂ ਦਾ ਤਪ ਤਿਆਗ ਕੰਮ ਕਰਦਾ ਹੈ, ਜਿਹੜੀ ਕਿ ਉਹਨਾਂ ਮਹਾਤਮਾ ਦੀ ਸ਼ਕਤੀ ਹੁੰਦੀ ਹੈ। ਇਸ ਵਾਸਤੇ ਉਹ ਕਹਿੰਦੇ ਹੈ ਜਦੋਂ ਤੁਸੀਂ ਇਹਨਾਂ 5 ਪਵਿੱਤਰ ਨਾਵਾਂ ਦਾ ਸਿਮਰਨ ਕਰੋਗੇ, ਦੋਨਾਂ ਅੱਖਾਂ ਦੇ ਦਰਮਿਆਨ ਤੀਸਰੇ ਤਿਲ ਦੇ ਉੱਤੇ ਖਿਆਲ ਰੱਖ ਕੇ, ਤੋ ਜਿਨ੍ਹਾਂ ਦਾ ਅਸੀਂ ਸਿਮਰਨ ਕਰਦੇ ਹਾਂ ਆਪਣੇ ਆਪ ਹੀ ਉਹਨਾਂ ਦਾ ਖਿਆਲ, ਉਹਨਾਂ ਦਾ ਤਸ਼ੱਬਰ ਸਾਡੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸਿਮਰਨ ਨੂੰ ਸਿਮਰਨ ਕੱਢਦਾ ਹੈ ਔਰ ਧਿਆਨ ਨੂੰ ਧਿਆਨ ਕੱਢਦਾ ਹੈ। ਜਿੱਥੇ ਦੁਨੀਆ ਦਾ ਧਿਆਨ ਹੈ ਉੱਥੇ ਗੁਰੂ ਦਾ ਧਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਦੁਨੀਆ ਦਾ ਸਿਮਰਨ ਹੈ ਉਸ ਨੂੰ ਅਸੀਂ ਭੁੱਲ ਜਾਂਦੇ ਹਾਂ। ਮਹਾਤਮਾ ਦਾ ਦਿੱਤਾ ਹੋਇਆ ਸਿਮਰਨ ਸਾਡੇ ਜਵਾਨ ਦੇ ਉੱਤੇ ਦਿਨ ਰਾਤ ਚੜ ਜਾਂਦਾ ਹੈ। ਸਾਡੀ ਜਦੋਂ ਬੈਟਰੀ ਰੇਡਗੋ ਦੇ ਨਾਲ ਸਿੱਟ ਕਰਦਾ ਮਕੈਨਿਕ, ਉਦੋਂ ਦੱਸਦਾ ਹੈ ਕਿ ਤੁਸੀਂ ਇਸ ਸੂਈ ਹੈ ਜਿਹੜੀ, ਇਸ ਨੂੰ ਜਿਸ ਜਗ੍ਹਾ ਸੈੱਟ ਕਰੋਗੇ, ਜਿਸ ਸਟੇਸ਼ਨ ਤੇ, ਉੱਥੋਂ ਦੀਆਂ ਤੁਸੀਂ ਖਬਰਾਂ ਸੁਣਨੀਆਂ ਸ਼ੁਰੂ ਕਰ ਦਿਓਗੇ। ਇਸੇ ਤਰ੍ਹਾਂ ਸੰਤ ਮਹਾਤਮਾ ਵੀ ਸਾਨੂੰ ਦੱਸਦੇ ਹੈ ਕਿ ਜਦੋਂ ਤੁਸੀਂ ਆਪਣੀ ਸਿਮਰਨ ਦੇ ਨਾਲ ਇਕਾਗਰਤਾ ਇਸ ਜਗ੍ਹਾ ਦੇ ਉੱਤੇ ਲੈ ਆਓਗੇ, ਇੱਥੇ ਸੂਈ ਸੈੱਟ ਕਰ ਲਓਗੇ, ਫਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚੋਂ ਆਵਾਜ਼ ਆਉਂਦੀ ਆਪਣੇ ਆਪ ਹੀ ਤੁਹਾਨੂੰ ਸੁਣਨ ਲੱਗ ਜਾਏਗੀ। ਗੁਰੂ ਨਾਨਕ ਨੇ ਕਿਹਾ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਸਾ ਪ੍ਰਭ ਕੀਆ। ਖੰਡ ਪਤਾਲ ਦੀਪ ਵਗੈਰਾ ਰਚ ਕੇ ਇਹਨਾਂ ਦਾ ਇੰਤਜ਼ਾਮ ਕਾਲ ਦੇ ਸਪੁਰਦ ਕਰ ਦਿੱਤਾ ਹੈ। ਜੋ ਰਚਨਾ ਕਾਲ ਦੇ ਅਧੀਨ ਹੈ ਇਹਨੇ ਨਾਸ ਹੋ ਜਾਣਾ ਹੈ, ਫਨਾਹ ਹੋ ਜਾਣਾ ਹੈ। ਜਿਨ੍ਹਾਂ ਚੀਜ਼ਾਂ ਨੇ ਨਾਸ ਹੋ ਜਾਣਾ, ਫਨਾਹ ਹੋ ਜਾਣਾ ਹੈ, ਅਗਰ ਅਸੀਂ ਉਹਨਾਂ ਦਾ ਸਿਮਰਨ ਕਰਦੇ ਹਾਂ, ਉਹਨਾਂ ਦਾ ਧਿਆਨ ਕਰਦੇ ਹਾਂ, ਤਾਂ ਅਸੀਂ ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਵਰਨ ਚਿਹਨ ਜਾਤ ਨਾ ਕੋਈ, ਸਭ ਹੁਕਮੇ ਸੇਠ ਉਪਾਇੰਦਾ। ਉਸ ਪਰਮਾਤਮਾ ਦਾ ਕੋਈ ਚਿਹਨ ਨਹੀਂ, ਕੋਈ ਜਾਤ ਨਹੀਂ, ਕੋਈ ਮੁਲਕ ਨਹੀਂ। ਉਹ ਆਪਦੇ ਹੁਕਮ ਦੇ ਜ਼ਰੀਏ, ਆਪਣੇ ਨਾਮ ਦੇ ਜ਼ਰੀਏ ਹੀ ਸੰਸਾਰ ਦੀ ਰਚਨਾ ਪੈਦਾ ਕਰਦਾ ਹੈ। ਸੋ ਨੇ ਚੱਲ ਜੋ ਤਿਸੇ ਧਿਆਏਂਦਾ, ਜਿਹੜਾ ਮਹਾਤਮਾ ਉਸ ਦੀ ਭਗਤੀ ਕਰਕੇ ਉਹਦੇ ਵਿੱਚ ਮਿਲ ਜਾਂਦਾ ਹੈ, ਉਹਦੇ ਪਿਆਰ ਦੇ ਵਿੱਚ ਜਾ ਕੇ ਜਜ਼ਬ ਹੋ ਜਾਂਦਾ ਹੈ, ਪਿਆਰ ਰੂਪੀ ਹੋ ਜਾਂਦਾ ਹੈ। ਆਪ ਕਹਿਣ ਲੱਗੇ ਉਹ ਵੀ ਨਿਹਚਲ ਹੋ ਜਾਂਦਾ ਹੈ, ਉਹ ਵੀ ਅਬਿਨਾਸ਼ੀ ਹੋ ਜਾਂਦਾ ਹੈ। ਉਹ ਵਾਰ-ਵਾਰ ਸੰਸਾਰ ਦੇ ਵਿੱਚ ਭੂਤਾਂ ਦੀ ਤਰ੍ਹਾਂ ਜੰਮਣ ਮਰਨ ਦੇ ਚੱਕਰ ਨਹੀਂ ਲਾਉਂਦਾਗਾ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਮੇਰੇ ਸਲਲੇ ਸਲਲ ਸਮਾਇਂਦਾ। ਸਮੁੰਦਰ ਚੋਂ ਲਹਿਰ ਉੱਠਦੀ ਹੈ, ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀ ਹੈ। ਅਸੀਂ ਲਹਿਰ ਨੂੰ ਸਮੁੰਦਰ ਤੋਂ ਅਲੱਗ ਨਹੀਂ ਕਰ ਸਕਦੇ ਕਿਉਂਕਿ ਸਮੁੰਦਰ ਦਾ ਹੀ ਹਿੱਸਾ ਹੈ। ਇਸੇ ਤਰ੍ਹਾਂ ਐਸੇ ਪ੍ਰਮਾਤਮਾ ਦੇ ਭਗਤ ਪਿਆਰੇ ਜਿਹੜੇ ਹੈ ਉਹੀ ਸਾਡੇ ਪਿਆਰ ਦੇ ਕਾਬਿਲ ਹੈ, ਕਿਉਂਕਿ ਉਹਨਾਂ ਔਰ ਪ੍ਰਮਾਤਮਾ ਦਾ ਰਿਸ਼ਤਾ ਵੀ ਇੱਕ ਸਮੁੰਦਰ ਦੀ ਲਹਿਰ ਦੀ ਤਰ੍ਹਾਂ ਹੈ। ਉਹ ਦੁਨੀਆ ਦੇ ਵਿੱਚ ਰਹਿੰਦੇ ਹੋਏ ਹੀ ਉਸ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹੈ, ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਕਿਉਂਕਿ ਪਰਮਾਤਮਾ ਅਸੀਂ ਦੇਖਿਆ ਨਹੀਂ, ਉਹਦੇ ਨਾਲ ਪਿਆਰ ਨਹੀਂ ਕਰ ਸਕਦੇ। ਐਸੇ ਮਹਾਤਮਾ ਨੂੰ ਅਸੀਂ ਰੋਜ਼ ਦੇਖਦੇ ਹਾਂ, ਉਹਦੇ ਨਾਲ ਬੋਲ ਚਾਲ ਕਰਦੇ ਹਾਂ। ਐਸੇ ਮਹਾਤਮਾ ਨਾਲ ਹੀ ਅਸੀਂ ਪਿਆਰ ਕਰ ਸਕਦੇ ਹਾਂ। ਐਸੇ ਮਹਾਤਮਾ ਨੂੰ ਸਾਡੇ ਪਿਆਰ ਦੀ ਜ਼ਰੂਰਤ ਨਹੀਂ, ਉਹ ਸਾਡੇ ਪਿਆਰ ਦਾ ਭੁੱਖਾ ਨਹੀਂਗਾ। ਉਹ ਤਾਂ ਖੁਦ ਆਪਣੇ ਸਤਿਗੁਰੂ ਦੇ ਪਿਆਰ ਵਿੱਚ ਮਸਤ ਹੈ, ਜਜ਼ਬ ਹੋਇਆ ਹੁੰਦਾ ਹੈ। ਲੇਕਿਨ ਸੇਵਕ ਦਾ ਜਿੰਨਾ ਚਿਰ ਸੱਚਾ ਸੁੱਚਾ ਪਿਆਰ ਗੁਰੂ ਦੇ ਨਾਲ ਨਹੀਂ ਹੁੰਦਾਗਾ, ਉਹਨਾਂ ਚਿਰ ਅੰਦਰ ਉਹ ਤਰੱਕੀ ਨਹੀਂ ਕਰ ਸਕਦਾਗਾ। ਪਿੱਛੇ ਜੋ ਹੋ ਚੁੱਕੇ ਮਹਾਤਮਾ ਹੈ ਉਹ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦੇ ਵਿੱਚ ਸਮਾ ਚੁੱਕੇ ਹੈ, ਪਰਮਾਤਮਾ ਰੂਪ ਹੋ ਚੁੱਕੇ ਹੈ। ਜਿਸ ਤਰ੍ਹਾਂ ਅਸੀਂ ਪਰਮਾਤਮਾ ਤੋਂ ਸਿੱਧਾ ਕੋਈ ਫਾਇਦਾ ਨਹੀਂ ਉਠਾ ਸਕਦੇ, ਉਹਦੇ ਨਾਲ ਪਿਆਰ ਨਹੀਂ ਕਰ ਸਕਦੇ, ਉਹਦੇ ਨਾਲ ਮਿਲਾਪ ਨਹੀਂ ਕਰ ਸਕਦੇ, ਇਸੇ ਤਰ੍ਹਾਂ ਉਹਨਾਂ ਮਹਾਤਮਾ ਦੇ ਨਾਲ ਵੀ ਅਸੀਂ ਕੋਈ ਪਿਆਰ ਨਹੀਂ ਪੈਦਾ ਕਰ ਸਕਦੇ। ਉਹਨਾਂ ਨੂੰ ਉੱਚੇ ਉਸ ਮੰਡਲ ਦੇ ਵਿੱਚ ਜਾ ਕੇ ਅਸੀਂ ਮਿਲ ਨਹੀਂ ਸਕਦੇਗੇ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਜਦੋਂ ਅਸੀਂ ਦੇਹ ਦੇ ਵਿੱਚ ਆਉਂਦੇ ਹਾਂ, ਸਾਨੂੰ ਵੀ ਕਿਸੇ ਦੇਹਧਾਰੀ ਮਹਾਤਮਾ ਦੀ ਲੋੜ ਪੈਂਦੀ ਹੈ। ਪਦੈਸ਼ ਤੋਂ ਲੈ ਕੇ ਸਾਰੀ ਜ਼ਿੰਦਗੀ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ। ਪਹਿਲਾਂ ਪਦੈਸ਼ ਵੇਲੇ ਸਾਡੀ ਮਾਤਾ ਗੁਰੂ ਹੁੰਦੀ ਹੈ, ਉਹ ਸਾਨੂੰ ਲੇਟਣਾ ਸਿਖਾਉਂਦੀ ਹੈ, ਬੈਠਣਾ ਸਿਖਾਉਂਦੀ ਹੈ, ਬੋਲਣਾ ਸਿਖਾਉਂਦੀ ਹੈ।
ਫਿਰ ਪਿਤਾ ਗੁਰੂ ਹੁੰਦਾ ਹੈ, ਉਹ ਸਾਡੀ ਉਂਗਲ ਫੜ ਕੇ ਸਾਨੂੰ ਤੋਰਨਾ ਸਿਖਾਉਂਦਾ ਹੈ, ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਦਾਖਲ ਕਰਾਉਂਦਾ ਹੈ। ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਹਾਂ, ਸਾਡੇ ਯਾਰ ਦੋਸਤ ਉਸਤਾਦੀ ਦਾ ਕੰਮ, ਗੁਰੂ ਦਾ ਕੰਮ ਕਰਦੇ ਹੈ, ਸਾਡੇ ਟੀਚਰ ਕਰਦੇ ਹੈ। ਉੱਥੇ ਸਾਨੂੰ ਡਾਕਟਰ ਵੀ ਮਿਲਦੇ ਹੈ, ਇੰਜੀਨੀਅਰ ਵੀ ਮਿਲਦੇ ਹੈ, ਬੜੇ ਬੜੇ ਜਿਨ੍ਹਾਂ ਦੀ ਅਸੀਂ ਸੰਗਤ ਕਰਦੇ ਆ, ਜਿਨ੍ਹਾਂ ਦੇ ਅਸੀਂ ਸੋਭਤ ਕਰਦੇ ਆ, ਅਸੀਂ ਵੀ ਉਸੇ ਹੀ ਰੰਗ ਅਖਤਿਆਰ ਕਰ ਲੈਂਦੇ ਹੈ। ਲੇਕਿਨ ਜਦ ਅਸੀਂ ਰੂਹਾਨੀਅਤ ਦੇ ਮਸਲੇ ਦੇ ਉੱਤੇ ਆਉਂਦੇ ਹੈ, ਪ੍ਰਮਾਤਮਾ ਦੀ ਭਗਤੀ ਵਾਸਤੇ ਆਉਂਦੇ ਹੈ, ਪ੍ਰਮਾਤਮਾ ਨੂੰ ਮਿਲਣ ਦੇ ਸਾਡੇ ਅੰਦਰ ਸਾਡੀ ਆਤਮਾ ਜੋਸ਼ ਮਾਰਦੀ ਹੈ, ਉਸ ਵੇਲੇ ਅਸੀਂ ਕੀ ਕਰਦੇ ਹਾਂ? ਅਸੀਂ ਕਹਿੰਦੇ ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ, ਸਾਨੂੰ ਕਿਸੇ ਪੀਰ ਪਕੰਬਰ ਦੀ ਲੋੜ ਨਹੀਂ। ਹਾਲਾਂਕਿ ਅਸੀਂ ਜਦ ਵੀ ਮਹਾਤਮਾ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਥਾਂ ਥਾਂ ਜ਼ਿਕਰ ਆਉਂਦਾ ਆਪਣਾ ਗੁਰੂ ਔਰ ਧਿਆਈਏ। ਉਹ ਸਭ ਇਹ ਕਹਿੰਦੇ ਆ ਕਿ ਆਪਣੇ ਗੁਰੂ, ਵਕਤ ਦੇ ਗੁਰੂ ਦੀ ਭਗਤੀ ਕਰਾਂਗੇ, ਤਦ ਹੀ ਅਸੀਂ ਜਾ ਕੇ ਉਸ ਪਰਮਾਤਮਾ ਨਾਲ ਪਿਆਰ ਕਰ ਸਕਾਂਗੇ, ਮਿਲ ਸਕਾਂਗੇ, ਆਪਣੇ ਜੀਵਨ ਨੂੰ ਪਵਿੱਤਰ ਬਣਾ ਸਕਾਂਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਖਬਰਦਾਰ ਕਰਦੇ ਹੈ, ਜੋ ਸੰਤ ਕਹਿੰਦੇ ਆ, ਗੁਰੂ ਕਹਿੰਦੇ ਆ, ਉਹ ਕਰੋ, ਜੋ ਤੁਹਾਨੂੰ ਤੁਹਾਡਾ ਮਨ ਕਹਿੰਦਾ ਹੈ ਉਹ ਨਾ ਕਰੋ। ਸੰਤ ਸਤਿਗੁਰੂ ਕੀ ਕਹਿੰਦੇ ਹੈ? ਗੁਰੂ ਕਹੇ ਨਿਤ ਸਮਝਾਈ, ਕਰ ਖੋਜ ਘਟ ਸ਼ਬਦ ਘਟ ਜਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸਤਿਗੁਰੂ ਭਗਤੀ ਸ਼ਬਦ 6ਵਾਂ ਸਾਰ ਬਚਨ ਪੰਨਾ 136। ਸਤਿਗੁਰ ਕਹੀਂ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਮਤ ਕੋਈ। ਸਤਿਗੁਰ ਕਹੀਂ ਕਰੋ ਤੁਮ ਸੋਈ, ਮਨ ਕੇ ਕਹੇ ਚਲੋ ਮਤ ਕੋਈ। यह पौ में गोते दिलवावे, सतगुर से बेमुख करवावे। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ, ਅਗਰ ਤੁਸੀਂ ਮਨ ਦੇ ਕਹੇ ਚੱਲੋਗੇ, ਮਨ ਤੁਹਾਨੂੰ ਕੀ ਕਰੇਗਾ? ਇਹ ਦੁਨੀਆ ਬਹੁਤ ਸਾਰਾ ਵੱਡਾ ਭਵਸਾਗਰ ਹੈ, ਜਿਹਦੇ ਨਾ ਉਰਲੇ ਕਿਨਾਰੇ ਦਾ ਪਤਾ ਨਾ ਪਰਲੇ ਕਿਨਾਰੇ ਦਾ ਪਤਾ ਹੈ। ਪਤਾ ਨਹੀਂ ਕਿੰਨੇ ਦਫਾ ਇੱਥੇ ਅਸੀਂ ਪੈਦਾ ਹੋਏ ਆ, ਕਿੰਨਿਆਂ ਦੀਆਂ ਪਤਨੀਆਂ ਬਣੇ ਆ, ਕਿੰਨਿਆਂ ਦੇ ਪਤੀ ਬਣੇ ਆ, ਕਿੰਨਾਂ ਦੇ ਬੱਚੇ ਬਣੇ ਆ, ਕਿੰਨਿਆਂ ਦੇ ਅਸੀਂ ਪਿਤਾ ਬਣੇ ਹੈ। ਇਸ ਵਾਸਤੇ ਆਪ ਕਹਿੰਦੇ ਆ, ਅਗਰ ਤੁਸੀਂ ਮਨ ਦਾ ਕਿਹਾ ਮੰਨੋਗੇ, ਇਹ ਤੁਹਾਨੂੰ ਇਸ ਭਵਸਾਗਰ ਦੇ ਵਿੱਚ ਗੋਤੇ ਦਬਾਏਗਾ ਕਿ ਵਾਰ-ਵਾਰ ਤੁਹਾਨੂੰ ਇੱਥੇ ਜੰਮਣ ਮਰਨ ਦੇ ਦੁੱਖਾਂ ਵਿੱਚ ਪਾਏਗਾ, ਔਰ ਤੁਹਾਨੂੰ ਗੁਰੂ ਤੋਂ ਹੀ ਬੇਮੁਖ ਕਰਾ ਦੇਗਾ, ਗੁਰੂ ਦੇ ਵਿੱਚ ਨੁਕਸ ਕੱਢਣ ਲਾ ਦੇਗਾ, ਗੁਰੂ ਦੇ ਵਿੱਚ ਐਬ ਦੇਖਣ ਲਾ ਦੇਗਾ। ਜੋ ਗੁਰੂ ਕਹਿੰਦਾ ਹੈ ਉਹਦੇ ਉੱਤੇ ਚੱਲਣੋਂ ਹੀ ਹਟਾ ਦੇਗਾ। ਕਿਉਂਕਿ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ, ਮਨ ਦਾ ਕੰਮ ਹੈ, ਇਹ ਕਾਲ ਦਾ ਏਜੰਟ ਹੈ। ਜਦੋਂ ਅਸੀਂ ਸ਼ਬਦ ਨਾਮ ਲੈ ਕੇ ਕਮਾਈ ਕਰਨ ਲੱਗਦੇ ਹਾਂ, ਪ੍ਰਭੂ ਦੀ ਭਗਤੀ ਵਾਸਤੇ ਮੈਦਾਨ ਵਿੱਚ ਨਿਕਲਦੇ ਹਾਂ, ਉਸ ਵੇਲੇ ਮਨ ਵੀ ਆਪਣੇ ਸਾਰੇ ਹਥਿਆਰ ਲੈ ਕੇ ਚੌਕਸ ਹੋ ਜਾਂਦਾ ਹੈ, ਇਹ ਵੀ ਆਪਦਾ ਹਮਲਾ ਬੋਲ ਦਿੰਦਾ ਹੈ। ਯਹ ਪੋ ਮੇ ਗੋਤੇ ਦਿਲਵਾਵੇ, ਸਤਿਗੁਰ ਸੇ ਬੇਮੁਖ ਕਰਵਾਵੇ। ਕਾਲ ਚੱਕਰ ਮੇ ਡਾਲ ਕੁਮਾਵੇ, मोह जाल में बहुत फसावे। ਇਹ ਦੁਨੀਆ ਮੌਤ ਔਰ ਪੈਦਾਇਸ਼ ਦੀ ਹੈ। ਇਸ ਨੂੰ ਸੰਤਾਂ ਨੇ ਕਾਲ ਦਾ ਚੱਕਰ ਕਿਹਾ ਹੈ, ਹੰਡੋਲਾ ਕਿਹਾ ਹੈ। ਜਿਸ ਤਰ੍ਹਾਂ ਹੰਡੋਲਾ ਝੂਟਣ ਵਾਲੇ ਜਿਹੜੇ ਹੁੰਦੇ ਹੈ, ਉਹ ਕਦੇ ਉੱਪਰ ਜਾਂਦੇ ਹੈ, ਕਦੇ ਨੀਚੇ ਆਉਂਦੇ ਹੈ। ਕਿਸ ਤਰ੍ਹਾਂ ਉਹਨਾਂ ਦਾ ਅਗਰ ਗੋਲ ਦਾਇਰਾ ਬੱਧਾ ਹੁੰਦਾ ਹੈ, ਕਿੰਨਾ ਤੇਜ਼ ਘੁੱਕਦੇ ਹੈ। ਇਸੇ ਤਰ੍ਹਾਂ ਇੱਕ ਜਨਮ ਤੋਂ ਅਸੀਂ ਛੁਟਕਾਰਾ ਨਹੀਂ ਪਾਇਆ ਹੁੰਦਾ, ਦੂਜੇ ਵਿੱਚ ਫੇਰ ਜਾ ਕੇ ਪੈ ਜਾਂਦੇ ਹੈ, ਅਜੇ ਉਸ ਤੋਂ ਨਿਕਲੇ ਨਹੀਂ ਹੁੰਦੇ ਗਏ। ਮੌਤ ਫੇਰ ਅੱਖਾਂ ਅੱਗੇ ਆ ਜਾਂਦੀ ਹੈ। ਜਦ ਵੀ ਮੌਤ ਆਉਂਦੀ ਹੈ, ਚਲੋ ਧਰਮਰਾਜ ਦੇ ਦਿਓ ਹਿਸਾਬ,
ਸੋ ਪਿਆਰਿਓ, ਜਿਨ੍ਹਾਂ ਦੇ ਰੋਜ਼ ਕਚਹਿਰੀ 'ਚੋਂ ਬਰੰਟ ਨਿਕਲੇ ਰਹਿਣ, ਐਦੂ ਉੱਤੇ ਉਹਨਾਂ ਨੂੰ ਹੋਰ ਕੀ ਚੱਕਰ ਹੋ ਸਕਦਾ ਹੈ, ਐਦੂ ਕੀ ਵੱਡਾ ਦੁੱਖ ਹੋ ਸਕਦਾ ਹੈ ਕਿ ਉਹਨਾਂ ਦੀ ਇੱਜ਼ਤ ਹੁੰਦੀ ਹੈ। काल चक्र में डाल कुमावे, मोह जाल में बहुत फसावे। ਫੇਰਾ ਪਿਆਰ ਦੇ ਨਾਲ ਕਹਿੰਦੇ ਹੈ, ਦੁਨੀਆ ਦਾ ਮੋਹ ਪੈਦਾ ਕਰ ਦਿੰਦਾ ਹੈ। ਕਿਸ ਚੀਜ਼ ਦਾ ਮੋਹ ਪੈਦਾ ਕਰਦਾ ਹੈ? ਅਸੀਂ ਕਹਿੰਦੇ ਮੇਰੀ ਬੀਵੀ ਹੈ, ਮੇਰੇ ਬੱਚੇ ਹੈ, ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ। ਜਿਨ੍ਹਾਂ ਨੂੰ ਅਸੀਂ ਦਿਨ ਰਾਤ ਆਪਣਾ ਆਪਣਾ ਕਰੀ ਜਾਂਦੇ ਹੈ, ਆਖਿਰ ਇਹਨਾਂ ਦੇ ਮੋਹ ਵਿੱਚ ਵੱਜ ਜਾਂਦੇ ਹੈ। ਇਹਨਾਂ ਦੇ ਮੋਹ ਦੇ ਵੱਜੇ ਹੋਏ ਵਾਰ-ਵਾਰ ਇਹਨਾਂ ਦੇ ਵਿੱਚ ਹੀ ਅਸੀਂ ਆ ਜਾਂਦੇ ਹਾਂ। ਤੁਸੀਂ ਅੱਛੀ ਤਰ੍ਹਾਂ ਸੋਚ ਕੇ ਦੇਖ ਲਓ, ਜਿਨ੍ਹਾਂ ਨੂੰ ਅਸੀਂ ਆਪਣਾ ਆਪਣਾ ਕਹੀ ਜਾਂਦੇ ਹੈ, ਇਹਨਾਂ ਚੋਂ ਕੌਣ ਆਪਣਾ ਹੈ? ਸੋਚ ਕੇ ਦੇਖ ਲਓ ਠੰਡੇ ਦਿਲ ਨਾਲ। ਜਦ ਮੌਤ ਆਉਂਦੀ ਹੈ, ਭੈਣ ਭਰਾ ਯਾਰ ਦੋਸਤ ਸਾਰੇ ਪਾਸ ਹੀ ਬੈਠੇ ਰਹਿੰਦੇ ਹੈ, ਕੋਈ ਸਾਡੀ ਮਦਦ ਨਹੀਂ ਕਰਦਾਗਾ। ਵੱਧ ਤੋਂ ਵੱਧ ਉਹ ਰੋਣਾ ਪਿੱਟਣਾ ਸ਼ੁਰੂ ਕਰਦੇ ਹੈ, ਕਿਉਂਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਮੌਤ ਦਾ ਫਰਿਸ਼ਤਾ ਆਇਆ ਕਿਧਰੋਂ, ਚਲਿਆ ਕਿੱਧਰ ਜਾਂਦਾ ਹੈ। ਮੇਰੇ ਅੱਖੀਂ ਦੇਖਣ ਦੀ ਇਹ ਬਾਤ ਹੈ ਪਿਆਰਿਓ ਕਿ ਜਦ ਅਸੀਂ ਬਜ਼ੁਰਗ ਹੋ ਜਾਂਦੇ ਹਾਂ, ਘਰ ਦੇ ਕਿਸੇ ਕਾਰੋਬਾਰ ਦੇ ਨਹੀਂ ਰਹਿੰਦੇਗੇ, ਉਸ ਵੇਲੇ ਜਦੋਂ ਹੱਥ ਪੈਰ ਅੰਗ ਸਾਰੇ ਜਵਾਬ ਦੇ ਦਿੰਦੇ ਹੈ, ਘਰ ਦੇ ਪਾਣੀ ਫੜਾਉਣ ਤੱਕ ਵੀ ਤਿਆਰ ਨਹੀਂ ਹੁੰਦੇ, ਨਰਸਿੰਗ ਹੋਮ ਦੇ ਵਿੱਚ ਭਰਤੀ ਕਰਾ ਦਿੰਦੇ ਹੈ, ਉੱਥੇ ਬੁੜਾ ਵਿਚਾਰਾ ਤੜਪ ਤੜਪ ਕੇ ਮਰਦਾ ਹੈ, ਕੋਈ ਪਤਾ ਲੈਣ ਤੱਕ ਨਹੀਂ ਜਾਂਦਾਗਾ। ਮੈਂ ਇੱਕ ਬੁੱਢੇ ਦਾ ਐਸਾ ਹਾਲਤ ਦੇਖਿਆ, ਮੈਂ ਤਾਂ ਉਸ ਦਾ ਅਫਸੋਸ ਕਰਨ ਲੱਗਿਆ। ਉਹ ਘਰ ਵਾਲੇ ਕਹਿਣ ਲੱਗੇ ਚੰਗਾ ਹੋ ਗਿਆ, ਛੁੱਟ ਗਿਆ ਹੈ। ਪਿਆਰਿਓ, ਇਹ ਸਭ ਕੁਝ ਅਸੀਂ ਅੱਖਾਂ ਨਾਲ ਦੇਖਦੇ ਹਾਂ। ਸਾਡੇ ਸਾਥੀ ਸਾਥ ਛੱਡੇ ਜਾਂਦੇ ਹੁੰਦੇ ਹੈ। ਅਸੀਂ ਖੁਦ ਵੀ ਕੰਧਾ ਦੇ ਕੇ ਸ਼ਮਸ਼ਾਨ ਭੂਮੀ ਵਿੱਚ ਉਹਨਾਂ ਨੂੰ ਛੱਡੇ ਆਉਨੇ ਹੈ, ਲੇਕਿਨ ਸਾਡੇ ਆਪਣੇ ਕੰਨ ਤੇ ਜੂੰ ਨਹੀਂ ਰੀਂਗਦੀ। ਅਸੀਂ ਸੋਚਦੇ ਹਾਂ, ਕਦੇ ਬੈਠ ਕੇ ਅਸੀਂ ਨਹੀਂ ਸੋਚਿਆ ਕਿ ਜਿਨ੍ਹਾਂ ਚੀਜ਼ਾਂ ਨਾਲ ਉਹ ਇਤਨਾ ਪਿਆਰ ਕਰਿਆ ਕਰਦਾ ਸੀ, ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਆਪਣਾ ਆਪਣਾ ਕਰਦਾ ਹੁੰਦਾ ਸੀਗਾ, ਜਿਨ੍ਹਾਂ ਜਾਇਦਾਦਾਂ ਨੂੰ ਉਹਨੇ ਬੜੀਆਂ ਕੁਰਬਾਨੀਆਂ ਕਰ ਕਰਕੇ ਬਣਾਇਆ ਹੋਇਆ ਸੀਗਾ, ਅੱਜ ਉਹਦੇ ਨਾਲ ਕੋਈ ਨਹੀਂ ਗਈ, ਉਹ ਖਾਲੀ ਹੱਥ ਚਲਿਆ ਗਿਆ। ਅਸੀਂ ਸੋਚਦੇ ਹਾਂ ਸ਼ਾਇਦ ਉਹ ਬਦਕਿਸਮਤ ਸੀਗਾ ਜਿਹੜਾ ਉਹ ਲਗਿਆ ਨਹੀਂ, ਅਸੀਂ ਜ਼ਰੂਰ ਲੈ ਜਾਵਾਂਗੇ। ਸੂਫੀ ਸੰਤ ਫਰੀਦ ਸਾਹਿਬ ਕਹਿੰਦੇ ਆ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਆ ਹੋਏ, ਤੈ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਆ ਹੋਏ। ਗੁਰੂ ਨਾਨਕ ਦੇਵ ਜੀ ਕਹਿੰਦੇ, ਜਾਗੋ ਜਾਗੋ ਸੁੱਤਿਓ ਚੱਲਿਆ ਬਨਜਾਰਾ। ਤੋ ਕਬੀਰ ਸਾਹਿਬ ਕਹਿੰਦੇ, ਚੱਲੇ ਜੁਆਰੀ ਦੋਏ ਹੱਥ ਝਾੜ। ਜਿਵੇਂ ਜੁਆਰੀਆ ਦੋਨੇ ਹੱਥ ਝਾੜ ਕੇ ਸ਼ਾਮ ਨੂੰ ਘਰੇ ਚਲਿਆ ਜਾਂਦਾ ਹੈ, ਇਹੀ ਹਾਲਤ ਅਸੀਂ ਜ਼ਿੰਦਗੀ ਬਿਤਾ ਕੇ ਖਾਲੀ ਹੱਥ ਚਲੇ ਜਾਂਦੇ ਹਾਂ। काल चक्र में डाल कुमावे, मोह जाल में बहुत फसावे। मित्र न जानो बैरी पूरा, गुर भगति से ਡਾਰੇ ਦੂਰਾ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਇਹਨੂੰ ਮਿੱਤਰ ਨਾ ਜਾਣੋ, ਪੂਰਾ ਵੈਰੀ ਸਮਝੋ, ਜ਼ਬਰਦਸਤ ਦੁਸ਼ਮਣ ਸਮਝੋ। ਸੰਤ ਮਹਾਤਮਾ ਦੱਸਦੇ ਆ ਕਿ ਜਿਹੜਾ ਦੂਰ ਦੁਸ਼ਮਣ ਹੁੰਦਾ ਹੈ, ਬਾਹਰ ਦੁਸ਼ਮਣ ਹੁੰਦਾ ਹੈ, ਉਹਦੇ ਵਾਸਤੇ ਇਨਸਾਨ ਸੈਂਕੜੇ ਉਪਾਅ ਕਰਦਾ ਹੈ ਔਰ ਸੈਂਕੜੇ ਬਚਾਓ ਕਰਦਾ ਹੈ, ਲੇਕਿਨ ਇਹ ਤਾਂ ਸਾਡੇ ਅੰਦਰ ਹੀ ਬੈਠਾ ਹੈ, ਅੰਦਰੋਂ ਹੀ ਸਾਨੂੰ ਗੁੰਮਰਾਹ ਕਰਦਾ ਹੈ। ਇਹ ਕੀ ਕਰਦਾ ਹੈ? ਵਿਸ਼ੇ ਵਿਕਾਰਾਂ ਵਿੱਚ ਫਸਾ ਦਿੰਦਾ ਹੈ, ਗੁਰ ਭਗਤੀ ਤੋਂ ਦੂਰ ਲੈ ਜਾਂਦਾ ਹੈ। ਮਿੱਤਰ ਨਾ ਜਾਣੋ ਬੈਰੀ ਪੂਰਾ, ਗੁਰ ਭਗਤੀ ਸੇ ਡਾਰੇ ਦੂਰਾ। ਦਾਰਾ ਸੁਤ ਸੰਪਤ ਪਰਵਾਰਾ, ਡਾਰੇ ਕਾਮ ਕ੍ਰੋਧ ਕੀ ਤਾਰਾ। ਇਹ ਕਿਹੜਾ ਜਾਲ ਉਣ ਲੈਂਦਾ ਹੈ? ਕਹਿਣ ਲੱਗੇ, ਜਿਸ ਤਰ੍ਹਾਂ ਸਟੇਜ ਦੇ ਉੱਤੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹੈ, ਕੋਈ ਰਾਜੇ ਦਾ ਕਰਦਾ ਹੈ, ਕੋਈ ਰਾਣੀ ਦਾ ਕਰਦਾ ਹੈ,
ਕੋਈ ਦੁਸ਼ਟਤਾ ਕਰਦਾ ਹੈ ਔਰ ਕੋਈ ਕਿਸੇ ਦਾ ਪਾਰਟ ਕਰਦਾ ਹੈ। ਉਹ ਪਾਰਟ ਕਰਨ ਤੋਂ ਬਾਅਦ ਜਿਸ ਸਟੇਜ ਤੋਂ ਥੱਲੇ ਉਤਰਦੇ ਆ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਦੁਸ਼ਟ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਵੀ ਇਸ ਦੁਨੀਆ ਦੀ ਸਟੇਜ ਦੇ ਉੱਤੇ ਆ ਕੇ ਆਪੋ ਆਪਣਾ ਪਾਰਟ ਅਦਾ ਕਰਨ ਲੱਗੇ ਪਏ ਆ। ਕੋਈ ਭੈਣ ਦਾ ਕਰਦਾ ਹੈ, ਕੋਈ ਭਰਾ ਦਾ ਕਰਦਾ ਹੈ, ਕੋਈ ਪੁੱਤਰ ਦਾ ਕਰਦਾ ਹੈ, ਕੋਈ ਬੀਵੀ ਦਾ ਕਰਦਾ ਹੈ, ਕੋਈ ਯਾਰ ਦੋਸਤ ਦਾ ਪਾਰਟ ਕਰਦਾ ਹੈ। ਜਦ ਅਸੀਂ ਵੀ ਇਸ ਦੁਨੀਆ ਦੀ ਸਟੇਜ ਤੋਂ ਉਤਰ ਜਾਣਾ ਹੈ ਪਿਆਰਿਓ, ਨਾ ਕੋਈ ਸਾਡਾ ਭੈਣ ਹੈ, ਨਾ ਸਾਡਾ ਕੋਈ ਭਰਾ ਹੈ, ਨਾ ਕੋਈ ਸਾਡਾ ਦੋਸਤ ਹੈ। ਇਸ ਵਾਸਤੇ ਆਪ ਕਹਿੰਦੇ ਹੈ ਕਿ ਜਿਤਨੇ ਵੀ ਅਸੀਂ ਪਰਿਵਾਰ ਬਣਾਉਣੇ ਹੈ, ਸਭ ਦਾ ਦੇਣੇ ਲੈਣੇ ਦਾ ਸਰਬੰਧ ਹੈ, ਗਰਜਾਂ ਦਾ ਪਿਆਰ ਹੈ। ਜਦ ਜਿੰਨਾ ਚਿਕਰ ਇਹਨਾਂ ਦੀ ਗਰਜ ਪੂਰੀ ਹੁੰਦੀ ਹੈ ਉਹਨਾਂ ਚਿਕਰ ਸਾਡੇ ਨਾਲ ਪਿਆਰ ਕਰਦੇ ਹੈ। ਜਦੋਂ ਅਸੀਂ ਕੋਈ ਗਰਜ ਪੂਰੀ ਕਰਨ ਜੋਗਰੇ ਨਹੀਂ ਰਹਿੰਦੇਗੇ ਉਸ ਵੇਲੇ ਕੌਣ ਕਿਸੇ ਨੂੰ ਪੁੱਛਦਾ ਹੈ। ਹੋਰ ਦੋ ਧਾਰਾਂ ਹੈ, ਕਾਮ ਦੀ ਹੈ, ਕ੍ਰੋਧ ਦੀ ਹੈ। ਇਹਨਾਂ ਦੇ ਵਿੱਚੋਂ ਜਾਂ ਕਾਮ ਨੂੰ ਉਦਾਲੇ ਕਰ ਦਿੰਦਾ ਹੈ ਜਾਂ ਕ੍ਰੋਧ ਨੂੰ ਕਰ ਦਿੰਦਾ ਹੈ। ਕਾਮ ਔਰ ਨਾਮ ਦੀ ਦੁਸ਼ਮਣੀ ਹੈ। ਜਿੱਥੇ ਕਾਮ ਹੈ ਉੱਥੇ ਨਾਮ ਪ੍ਰਗਟ ਨਹੀਂ ਹੁੰਦਾਗਾ। ਕਾਮੀ ਚੜਾਈ ਉੱਪਰ ਨੂੰ ਕਰ ਹੀ ਨਹੀਂ ਸਕਦਾਗਾ। ਇਸ ਵਾਸਤੇ ਆਪ ਕਹਿੰਦੇ ਕ੍ਰੋਧ ਨਾਲ ਖਿਆਲ ਫੈਲ ਜਾਂਦਾ ਹੈ। ਅਸੀਂ ਕ੍ਰੋਧ ਦੇ ਵਸ ਹੋ ਕੇ ਹੀ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਨੂੰ ਤਬਾਹ ਕਰਨ ਤੇ ਤੁਲੀ ਹੈ। ਇੱਕ ਮੁਲਕ ਦੂਸਰੇ ਦੇ ਉੱਤੇ ਕਿਸ ਤਰ੍ਹਾਂ ਤਬਾਹ ਕਰਨ ਤੇ ਤੁਲ ਜਾਂਦਾ ਹੈ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ, ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਖੋਏ। दारा सुत संपत परवारा, दारे काम क्रोध की तारा, इंद्री भोग बास परमावे, भगत विवेक ਨਾਸ ਕਰਵਾਵੇ। ਵਿਸ਼ੇ ਵਿਕਾਰਾਂ ਦੇ ਵਿੱਚ ਫਸਾ ਦਿੰਦਾ ਹੈ। ਇੰਨਾ ਕੁ ਫਸਾ ਦਿੰਦਾ ਕਿ ਅਸੀਂ ਆਪਦੀ ਸਿਹਤ ਦਾ ਸਤਿਆਨਾਸ਼ ਕਰਕੇ ਬੈਠ ਜਾਂਦੇ ਹੈ। ਸਾਡਾ ਖਿਆਲ ਨਹੀਂ ਟਿਕਦਾਗਾ। ਇਸ ਵਾਸਤੇ ਆਪ ਕਹਿਣ ਲੱਗੇ ਕਿ ਭਗਤੀ ਦਾ ਜੋ ਸੂਰਜ ਹੈ, ਜੋ ਚੰਦਰਮਾ ਹੈ, ਉਸ ਨੂੰ ਅਲੋਪ ਕਰ ਦਿੰਦਾ ਹੈ। ਵਿਵੇਕ ਜਿਹੜਾ ਹੈ ਉਹ ਖਤਮ ਕਰ ਦਿੰਦਾ ਹੈ। ਵਿਵੇਕ ਉਹ ਸ਼ਕਤੀ ਹੈ ਜਿਹਦੇ ਨਾਲ ਅਸੀਂ ਸੱਚ ਔਰ ਝੂਠ ਦਾ ਫੈਸਲਾ ਕਰਨਾ ਹੈ, ਸਹੀ ਔਰ ਗਲਤ ਦਾ ਫੈਸਲਾ ਕਰਨਾ ਹੈ। ਇਹ ਉਹ ਵਿਵੇਕ ਹੀ ਖਤਮ ਕਰ ਦਿੰਦਾ ਹੈ। ਜਦੋਂ ਸਾਨੂੰ ਇੰਦਰੀਆਂ ਦੇ ਵਿੱਚ ਫਸਾਉਂਦਾ ਹੈ, ਵਿਸ਼ੇ ਵਿਕਾਰਾਂ 'ਚ ਫਸਾਉਂਦਾ ਹੈ, ਅਸੀਂ ਸੋਚ ਵੀ ਨਹੀਂ ਸਕਦੇਗੇ ਕਿ ਇਹ ਕੰਮ ਅੱਛਾ ਹੈ ਜਾਂ ਬੁਰਾ ਹੈ। ਉਦੋਂ ਅਸੀਂ ਬੁਰਾਈ ਵਿੱਚ ਫਸ ਜਾਂਦੇ ਹਾਂ। ਇੰਦਰੀ ਭੋਗ ਬਾਸ ਪਰਮਾਵੇ, ਭਗਤ ਵਿਵੇਕ ਨਾਸ ਕਰਵਾਵੇ। ਸਤ ਗੁਰ ਪ੍ਰੀਤਮ ਮਿਲੇ ਨਾ ਜਬ ਤਕ, ਕਭੀ ਨਾ ਛੂਟੇ ਮਨ ਕੇ ਕੌਤਕ। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਜਿੰਨਾ ਚਿਕਰ ਸਾਨੂੰ ਉਹ ਪਿਆਰਾ ਸਤਿਗੁਰੂ, ਪ੍ਰੀਤਮ ਸਤਿਗੁਰੂ ਨਹੀਂ ਮਿਲਦਾਗਾ ਕਿ ਜਿਹੜਾ ਸਾਡਾ ਆਪਣਾ ਹੈ, ਉਹਨੂੰ ਅਸੀਂ ਆਪਣਾ ਬਣਾਉਂਦੇ ਨਹੀਂ ਗੇ, ਉਹਨਾਂ ਚਿਰ ਅਸੀਂ ਮਨ ਦੇ ਕੌਤਕ, ਮਨ ਦੀਆਂ ਜਿਹੜੀਆਂ ਛਲਾਂਗਾਂ ਹੈ, ਮਨ ਦੇ ਜਿਹੜੇ ਧੋਖੇ ਹੈ, ਉਹਨਾਂ ਨੂੰ ਸਮਝ ਹੀ ਨਹੀਂ ਸਕਦੇ ਗੇ। ਦੁਨੀਆ ਦੀਆਂ ਚੀਜ਼ਾਂ ਨੂੰ, ਸਮਾਨ ਨੂੰ ਅਸੀਂ ਆਪਣਾ ਬਣਾਉਣ ਲੱਗੇ ਹਾਂ। ਇਹ ਨਾ ਅੱਜ ਤਾਈਂ ਕਦੇ ਕਿਸੇ ਦੇ ਬਣੇ ਆ, ਨਾ ਬਣ ਹੀ ਸਕਦੇ ਹੈ। ਸਤਿਗੁਰੂ ਸਾਡਾ ਹੈ, ਜਿਹਨੇ ਸਾਡੀ ਮਦਦ ਕਰਨੀ ਹੈ, ਸਾਡੇ ਸਾਥ ਜਾਣਾ ਹੈ, ਔਰ ਉਹਨੂੰ ਅਸੀਂ ਆਪਣਾ ਬਣਾ ਨਹੀਂ ਰਹੇ। ਸਤ ਗੁਰ ਪ੍ਰੀਤਮ ਮਿਲੇ ਨਾ ਜਬ ਤਕ, ਕਭੀ ਨਾ ਛੂਟੇ ਮਨ ਕੇ ਕੌਤਕ। ਛਲ ਵਲ ਮਨ ਕੇ ਕਹਾਂ ਲਗ ਬਰ ਨੂੰ, ਰਿਖੀ ਮੁਨੀ ਕੋਏ ਜਾਣੇ ਨਾ ਮਰਮ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਮੈਂ ਕਿੰਨੇ ਵਾਰ ਉਪਦਰੇ ਸੰਬੰਧੇ ਦੱਸਾਂ,
बड़े बड़े रिखियां मुनियां नूं इहने धोखा दे दिता है। बड़ा बड़ा जप तप रिखियां ने हठ योग कीता, वो बड़े बहादुर सन। आखिर मन ने उन्हां नूं भी घेर लिया। मैं आम तौर ते जो पुराणां दे अंदर हिंदू शास्त्रां दे अंदर कहानियां आउंदियां हन रिखियां मुनियां दियां, बहुत दफा सुणाउंदा हुंदा है, जिहदे विच इह भी मैं दसदा हुंदा है कि जैमिनी मुनि जिसने 18 पुराणां चों एक पुराण लिखिया कर्मां दी फिलासफी ते, वेद व्यास उन्हां दा गुरु सीगा। ਉਹ किताब उन्होंने उन्होंने पेश की, कहन लग्या जी ये किताब बहुत अच्छी है। वेद व्यास जी अंदर जाते सन, कमाई वाले सन। वो कहन लगे देख भी किताब लिखनी मन बुद्धि का काम है, अच्छी है, लेकिन जे तू ये कहे कि ਇਹਦੇ ਨਾਲ मेरा मन शांत हो गया, जब मैं पंजा वकारां ते काम करो लो मोह हंकार दे उत्ते काबू पा लिया, ये नहीं गा। वो कहता नहीं जी, एक दिन ऐसा माया दा कौतक रचिया। इसे नूं महाराज सावण सिंह कहंदे हुंदे सी कि गुरु किसे दा इम्तिहान ना लवे। तो वेद व्यास ने ऐसा माया दा भरम पाया और रात दा टाइम सीगा, एक लड़की दा रूप धार लिया। लड़की आके दिन शिवदे दे नाल वो रिखी दे अगे बेनतियां करन लगी कि मैं एक राजे दी लड़की है। वो राजा शिकार नूं गया सीगा, मैं उस साथ दे नालों भुल गई है, तू मैनू आपदे पास रख। वो कहन लग्या मैं तां कदे किसे नूं अपने पास रहन ही नहीं दिता, फिर औरत नूं तां मैं कदे बिल्कुल पास ही नहीं रहन दिता गा। ਉਹਨੇ ਬੇਨਤੀ ਕੀਤੀ ਕਿ ਮੈਨੂੰ ਕੋਈ ਸ਼ੇਰ ਖਾ ਜਾਏਗਾ, ਜੰਗਲ ਦਾ ਜਾਨਵਰ ਖਾ ਜਾਏਗਾ। ਰਿਖੀ ਮੁਨੀ ਤਾਂ ਬੜੇ ਹੀ ਦਿਆਲੂ ਹੁੰਦੇ ਹੈ। ਉਹ ਉਸ ਦੇ ਵਡਿਆਈ ਵਿੱਚ ਆ ਗਿਆ, ਕਹਿਣ ਲੱਗਿਆ ਅੱਛਾ ਆ ਤੂੰ ਮੇਰੀ ਕੁਟੀਆ ਦੇ ਵਿੱਚ ਪੈ ਜਾ, ਬਾਹਰੋਂ ਅੰਦਰੋਂ ਕੁੰਡਾ ਬੰਦ ਕਰ ਲੈ, ਜਿੰਦਾ ਲਾ ਲਾ, ਮੈਂ ਵੀ ਅਗਰ ਤੈਨੂੰ ਕਵਾਂ ਰਾਤ ਨੂੰ ਤੂੰ ਬੂਹਾ ਨਾ ਖੋਲੀ। ਆਖਰ ਜਦੋਂ ਜਾ ਕੇ ਉਹ ਧਿਆਨ ਦੇ ਵਿੱਚ ਬੈਠਾ, ਸਮਾਧੀ ਵਿੱਚ ਬੈਠਾ। ਹੁਣ ਸਮਾਧੀ ਕਿਉਂ ਲੱਗਦੀ ਹੈ, ਸਾਰੀ ਜ਼ਿੰਦਗੀ ਐਸੀ ਸ਼ਕਲ ਤਾਂ ਕਦੇ ਦੇਖੀ ਨਹੀਂ ਸੀਗੀ। ਬੈਠਾ ਉਹ ਲੜਕੀ ਦਾ ਜਿਹੜਾ ਸਰੂਪ ਸੀ ਅੱਖਾਂ ਅੱਗੇ ਆਇਆ। ਮਨ ਨੇ ਅੰਦਰੋਂ ਬੜਾ ਪ੍ਰੇਰਿਆ, ਚਲੋ ਆਪਾਂ ਕਿਹੜਾ ਉਹਨੂੰ ਵਿਚਾਰੀ ਨੂੰ ਕੁਝ ਕਹਿਣਾ ਹੈ, ਚਲੋ ਗੱਲਾਂ ਬਾਤਾਂ ਕਰਾਂਗੇ, ਅਦਾਸ ਹੋਏਗੀ, ਰਾਤ ਨਿਕਲ ਜਾਏਗੀ। ਆ ਕੇ ਕਹਿਣ ਲੱਗਿਆ ਦੇਖੋ ਬਈ ਤੂੰ ਬੂਹਾ ਖੋਲ। ਉਹ ਕਹਿਣ ਲੱਗੀ ਤੂੰ ਹੀ ਕਿਹਾ ਸੀਗਾ कि मैं भी आवाज़ देवां ते बूहा नहीं खोलना। उन्हें बथेरा कहा कि मेरा मकान है। वो कहती मैं आपदा हुक्म मन्निया है। कि उसने बूहा खोलन की बजाय छत पाड़ी विच कुड गया। अगे देखा तो उही वेद व्यास जी चौकड़ी मारी है, अभ्यास ते बैठे हुए है। हुण तुहानूं पता है कि जब कोई गुरु ही अगे प्रगट हो जाए, जिहदे अगे असीं इन्नियां इन्नियां वडियाइयां मारदे हैं, चेले दे पल्ले की रहिंदा है। वो कहते क्यों बई जैमिनी दस की किताब तो इन्नी अच्छी लिखी, हुण दस की तेरा मन वस दे विच सीगा। अगर वस दे विच हुंदा ते बेशक इहो जिहियां कितनियां भी औरतां क्यों ना आ जांदियां। सो इस वास्ते महात्मा सानूं दसदे आ प्यार दे नाल कि रिखी मुनि भी इस दे मन दे दाह दे हेठ आ गए है। छाल वाल मान के कां लग बरनू, रिखी मुनि कोय जाने ना मरमू। ताते सत गुर खोजो निज के, बिन सत गुर कोय चले ना बच के। इस वास्ते स्वामी जी महाराज कहते हैं मैं थानू प्यार नाल सलाह दिना है। सब संतां ने यही सलाह दी है कि तुसी पूरे गुरुआं नू खोजो, तां ही तुसी ये मन दे दावां तो बच सकोगे, मन दे कौतकां तो बच सकोगे। ताते सत गुर खोजो निज के, बिन सत गुर कोय चले ना बच के। सत गुर सम प्रीतम ने कोई, मन मलीन को तुम्हें वोही। क्योंकि असी आपदे मन नू मैला कर लिया है,
ਵਿਸ਼ਿਆਂ ਨਾਲ ਮੈਲਾ ਕਰ ਲਿਆ, ਕਬਾਬਾਂ ਨਾਲ ਮੈਲਾ ਕਰ ਲਿਆ, ਬੁਰੇ ਕਰਮਾਂ ਖੋਟੇ ਕਰਮਾਂ ਨਾਲ ਅਸੀਂ ਇਹਨੂੰ ਮੈਲਾ ਕਰ ਲਿਆ ਹੈ। ਅਸੀਂ ਮਨ ਦੀ ਮੈਲ ਲਾਉਣ ਵਾਸਤੇ ਕੰਨ ਪੜਾਉਨੇ ਹੈ, ਸਰੀਰ ਦੇ ਉੱਤੇ ਕੋਈ ਭਗਵੇਂ ਖਾਸ ਕਿਸਮ ਦੇ ਅਸੀਂ ਕੱਪੜੇ ਪਾਉਨੇ ਹੈ, ਘਰ ਬਾਹਰ ਛੱਡ ਕੇ ਜੰਗਲਾਂ ਪਹਾੜਾਂ ਦੇ ਵਿੱਚ ਜਾਂਦੇ ਹੈ, ਔਰ ਹੋਰ ਵੀ ਕਈ ਕਿਸਮ ਦੇ ਅਸੀਂ ਸਰੋਵਰਾਂ ਤੇ ਨਹਾਉਨੇ ਹੈ। ਅਸੀਂ ਕਹਿੰਦੇ ਹਾਂ ਸਾਡਾ ਮਨ ਨਿਰਮਲ ਹੋ ਗਿਆ। ਪਿਆਰਾ ਸਤਿਗੁਰੂ ਮਿਲ ਜਾਂਦਾ ਹੈ। ਉਹ ਕੀ ਕਹਿੰਦਾ ਹੈ, ਅਗਰ ਕੋਈ ਸੱਚੇ ਤੋਂ ਸੱਚਾ ਸਰੋਵਰ ਹੈ, ਉਹ ਤੁਹਾਡਾ ਸਰੀਰ ਹੈ, ਸਰੀਰ ਦੇ ਅੰਦਰ ਵੜ ਕੇ ਤੁਸੀਂ ਇਸ਼ਨਾਨ ਕਰੋ ਤਾਂ ਤੁਹਾਡਾ ਮਨ ਨਿਰਮਲ ਹੋਏਗਾ। ਇਹ ਸਰੀਰ ਸਰਵਰ ਹੈ ਸੰਤੋਸ਼, ਨਾਨ ਕਰੇ ਲਿਵ ਲਾਏ, ਨਾਮ ਇਸ਼ਨਾਨ ਕਰੇ ਸੇਜਨ, ਸ਼ਬਦੇ ਮੈਲ ਗਵਾਏ। ਸਤਿਗੁਰੂ ਕੀ ਕਰਦਾ ਹੈ, ਉਸ ਸੰਗ ਦੇ ਜ਼ਰੀਏ ਸਾਨੂੰ ਇਹਨਾਂ ਬੁਰਾਈਆਂ ਦਾ ਨਤੀਜਾ ਅੱਖਾਂ ਅੱਗੇ ਲਿਆ ਕੇ ਰੱਖ ਦਿੰਦਾ ਹੈ ਕਿ ਕਾਮ ਦਾ ਕੀ ਨੁਕਸਾਨ ਹੈ, ਕ੍ਰੋਧ ਦਾ ਕੀ ਨੁਕਸਾਨ ਹੈ, ਮੋਹ ਦਾ ਕੀ ਨੁਕਸਾਨ ਹੈ। ਇਹ ਮੈਲਾਂ ਜਿੰਨੀਆਂ ਵੀ ਅਸੀਂ ਲਾ ਲੈਂਦੇ ਹਾਂ, ਉਹ ਨਾਮ ਦੇ ਨਾਲ ਜੋੜ ਦਿੰਦਾ ਹੈ, ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਦੁਨੀਆ ਦੇ ਰੰਗ ਲਾ ਕੇ ਨਾਮ ਦਾ ਰੰਗ ਚਾੜ ਦਿੰਦਾ ਹੈ। ਜਦੋਂ ਅਸੀਂ ਸਤਸੰਗ ਦੇ ਵਿੱਚ ਆਉਂਦੇ ਹਾਂ, ਬਹੁਤ ਸਾਰੇ ਅਸੀਂ ਪਾਪ ਛੱਡ ਜਾਂਦੇ ਹਾਂ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਪਾਪ ਹੈ, ਕੁਛ ਅਸੀਂ ਭਜਨ ਸਿਮਰਨ ਕਰਕੇ ਆਪਣੀ ਆਤਮਾ ਨੂੰ ਮਨ ਨੂੰ ਸਾਫ਼ ਕਰ ਲੈਂਦੇ ਹਾਂ। ਕੁਝ ਸੰਤ ਸਤਿਗੁਰੂ ਦਇਆ ਕਰਕੇ ਸਾਨੂੰ ਸਾਫ਼ ਕਰ ਦਿੰਦੇ ਹੈ। ਸਤ ਗੁਰ ਸਮ ਪ੍ਰੀਤਮ ਨਹਿ ਕੋਈ, ਮਨ ਮਲੀਨ ਕੋ ਤੋਵੇਂ ਵੋਈ। ਮੇਰਾ ਭਾਗ ਉਦੇ ਹੁਆ ਪਾਰੀ, ਸਤ ਗੁਰ ਕੀ ਮੈਂ ਹੁਈ ਅਤ ਪਿਆਰੀ। ਇਸ ਵਾਸਤੇ ਏਦੂ ਹੋਰ ਭਾਗ ਕਿਹੜੇ ਚੰਗੇ ਹੋ ਸਕਦੇ ਹੈ, ਜਦੋਂ ਸਾਡਾ ਪਿਆਰ ਸਤਿਗੁਰਾਂ ਨਾਲ ਲੱਗ ਜਾਂਦਾ ਹੈ। ਸਤਿਗੁਰਾਂ ਨੂੰ ਅਸੀਂ ਉੱਠਦੇ ਬੈਠਦੇ ਯਾਦ ਕਰਨ ਲੱਗ ਜਾਂਦੇ ਹਾਂ। ਮੇਰਾ ਭਾਗ ਉਦੇ ਹੁਆ ਪਾਰੀ, ਸਤ ਗੁਰ ਕੀ ਮੈਂ ਹੁਈ ਅਤ ਪਿਆਰੀ। ਜਗਤ ਜੀਵ ਕਹਾ ਜਾਨੇ ਮਹਿਮਾ, वेद कतेब ना जाने मरमा। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਕੂੰਜਾਂ ਦੀ ਸਾਰ ਕੂੰਜਾਂ ਜਾਣਦੀਆਂ ਜਿਹੜੀਆਂ ਉਹਨਾਂ ਦੇ ਸਾਥ ਉੱਡਦੀਆਂ ਹੁੰਦੀਆਂ ਹਨ। ਕੁਗੀਆਂ ਗਟਾਰਾਂ ਨੂੰ ਕੀ ਪਤਾ ਹੈ ਕਿ ਕੂੰਜਾਂ ਕਿਸ ਦੇਸ਼ ਦੇ ਰਹਿਣ ਵਾਲੀਆਂ ਹਨ। ਅਸੀਂ ਵਿਸ਼ੇ ਬਕਾਰਾਂ ਦੇ ਲਿਬੜੇ ਜੀਵ ਸੰਤਾਂ ਦੀ ਮਹਿਮਾ ਨੂੰ ਕੀ ਸਮਝ ਸਕਦੇ ਹਾਂ, ਅਸੀਂ ਗੁਰੂਆਂ ਨੂੰ ਕੀ ਸਮਝ ਸਕਦੇ ਹਾਂ। ਇਤਿਹਾਸ ਪੜ੍ਹ ਕੇ ਮਹਾਤਮਾ ਦਾ ਸ਼ਰਮ ਆਉਂਦੀ ਹੈ ਕਿ ਕਿਸ ਕਿਸ ਚੋਟੀ ਦੇ ਮਹਾਤਮਾ ਆਏ। ਕਿਸੇ ਨੂੰ ਤੱਤਿਆਂ ਤਵਿਆਂ ਤੇ ਬਿਠਾ ਦਿੱਤਾ, ਕਿਸੇ ਨੂੰ ਫੜ ਕੇ ਸਿਰ ਕੱਟ ਦਿੱਤਾ, ਔਰ ਕਿਸੇ ਨੂੰ ਕੰਡਿਆਂ ਦਾ ਤਾਜ ਪਹਿਨਾ ਦਿੱਤਾ। ਦੁਨੀਆਦਾਰਾਂ ਨੇ ਮਹਾਤਮਾ ਨੂੰ ਕਿਸੇ ਤਾਂ ਚੈਨ ਨਾਲ ਨਹੀਂ ਬੈਠਣ ਦਿੱਤਾਗਾ। ਬੜੇ ਬੜੇ ਅਨਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਕਤਲ ਕੀਤਾ ਹੈ। ਲੇਕਿਨ ਕਿਸੇ ਇਤਿਹਾਸ 'ਚ ਇਹ ਨਹੀਂ ਆਉਂਦਾ ਕਿ ਕਿਸੇ ਮਹਾਤਮਾ ਨੇ ਵੀ ਉਹਨਾਂ ਨੂੰ ਕੋਈ ਬਦਦੁਆ ਦਿੱਤੀ ਹੋਵੇ ਜਾਂ ਕੋਈ ਭੈੜਾ ਖੋਟਾ ਬਚਨ ਕਿਹਾ ਹੋਵੇ। ਬਲਕਿ ਉਹ ਤਾਂ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆ ਕਿ ਹੇ ਪਰਮਾਤਮਾ ਤੂੰ ਇਹਨਾਂ ਨੂੰ ਬਖਸ਼ ਦੇ, ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਬੁਰਾ ਕਰਮ ਕਰਦੇ ਹਾਂ। ਸਾਡੇ ਅੱਖੀਂ ਦੇਖਣ ਦੀ ਬਾਤ ਹੈ, ਮਹਾਰਾਜ ਸਾਵਣ ਦੇ ਡੇਰੇ ਦੇ ਬਿਲਕੁਲ ਅਗਲੇ ਪਾਸੇ ਬੂਹੇ ਦੇ ਅੱਗੇ ਇੱਕ ਸਮਾਜ ਵਾਲਿਆਂ ਨੇ ਆਪਣਾ ਧਰਮ ਸਥਾਨ ਬਣਾ ਲਿਆ। ਮਹਾਰਾਜ ਸਾਵਣ ਸਿੰਘ ਨੇ ਬੁਰਾ ਨਹੀਂ ਮਨਾਇਆ, ਬਲਕਿ ਉਹਨਾਂ ਨੂੰ ਕਿਹਾ ਬਈ ਲੰਗਰ ਗੁਰੂ ਦਾ ਹੁੰਦਾ ਹੈ, ਤੁਹਾਨੂੰ ਦੂਰੋਂ ਖਾਣਾ ਲਿਆਉਣਾ ਪੈਂਦਾ ਹੈ, ਤੁਸੀਂ ਇੱਥੋਂ ਖਾਣਾ ਖਾ ਲਿਆ ਕਰੋ। ਜਗਤ ਜੀਵ ਕਹਾਂ ਜਾਣੇ ਮਹਿਮਾ, वेद कतेब ना जाने मरमा। वेद ਜਿਹੜੇ ਹੈ ਉਹ ਦੂਜੀ ਮੰਜ਼ਿਲ ਦਾ ਬਿਆਨ ਕਰਦੇ ਆ। ਦੂਜੀ ਮੰਜ਼ਿਲ ਤੋਂ ਆਏ ਹੈ ਸੰਤ ਸਤਿਗੁਰੂ, ਪੰਜਵੀਂ ਮੰਜ਼ਿਲ ਤੋਂ ਆਉਂਦੇ ਹੈ। ਜਿਹੜਾ ਦੂਸਰੀ ਮੰਜ਼ਿਲ ਤੇ ਹੈ ਉਹ ਪੰਜਵੀਂ ਮੰਜ਼ਿਲ ਵਾਲੇ ਨੂੰ ਕੀ ਦੇਖਦਾ ਹੈ, ਉਹਨੂੰ ਕੀ ਪਤਾ ਹੈ ਕਿ ਉੱਥੇ ਕੀ ਹੈ। ਲੇਕਿਨ ਪੰਜਵੀਂ ਮੰਜ਼ਿਲ ਵਾਲਾ ਜਿਹੜਾ ਹੈ ਉਹ ਥੱਲੇ ਵਾਲੇ ਨੂੰ ਦੇਖਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ
ਨਾ ਮਹਾਤਮਾ ਨੂੰ ਦੁਨੀਆ ਸਮਝ ਸਕਦੀ ਹੈ, ਨਾ ਵੇਦਾਂ ਕਿਤਾਬਾਂ ਨੂੰ ਉਹਨਾਂ ਦਾ ਪਤਾ ਹੈ। ਇਸ ਵਾਸਤੇ ਮਹਾਰਾਜ ਜੀ ਮਿਸਾਲ ਦਿੰਦੇ ਹੁੰਦੇ ਸੀ, ਅੰਨੇ ਦੀ ਤਾਕਤ ਨਹੀਂ ਕਿ ਸੁਜਾਖੇ ਨੂੰ ਪਕੜ ਲਵੇ, ਜਿੰਨਾ ਚਿਰ ਸੁਜਾਖਾ ਖੁਦ ਹੀ ਆਪਣੀ ਉਂਗਲੀ ਅੰਨੇ ਦੇ ਹੱਥ ਵਿੱਚ ਨਾ ਫੜਾ ਕੇ ਉਹਨੂੰ ਆਪਣੇ ਪਾਸ ਬੁਲਾ ਲਵੇ। जागत जीव कहाँ जाने महिमा, वेद कतेब ना जाने मर्मा। ज्ञानी जोगी सब थक हारे, सतगुर महिमा कोई ना ਵਿਚਾਰੇ। ਹੁਣ ਆ ਪਿਆਰ ਦੇ ਨਾਲ ਕਹਿੰਦੇ ਹੈ, ਗਿਆਨੀ ਲੋਕ ਪੜ੍ਹ ਪੜ੍ਹਾਈ ਦੇ ਹੰਕਾਰ 'ਚ ਹੀ ਰਹਿ ਗਏ, ਉਹ ਭਗਤੀ ਦੀ ਤਰਫ ਨਾ ਆਏ। ਇਸੇ ਤਰ੍ਹਾਂ ਯੋਗੀਆਂ ਨੂੰ ਲੰਮੀਆਂ ਉਮਰਾਂ ਵਧਾਉਣ ਦਾ ਹੰਕਾਰ ਬਣਿਆ ਰਿਹਾ, ਉਹ ਵੀ ਇੱਧਰ ਗੁਰੂ ਦੀ ਭਗਤੀ ਕਰਨੀ ਨਾ ਆਏ। ਇਸ ਵਾਸਤੇ ਆਪ ਕਹਿੰਦੇ ਹੈ ਕਿ ਸਤਿਗੁਰੂ ਦੀ ਮਹਿਮਾ ਸਤਿਗੁਰੂ ਹੀ ਜਾਣਦਾ ਹੈ। ज्ञानी जोगी सब थक हारे, सतगुर महिमा कोई ना विचारे। ताते सतगुर शरण पुकारूं, आरत उनकी नित प्रति तारूं। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਮੈਂ ਤੁਹਾਨੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾਣ ਵਾਸਤੇ ਉਪਦੇਸ਼ ਦਿੰਦਾ ਹੈ, ਉਹਨਾਂ ਦੀ ਭਗਤੀ ਕਰਨ ਵਾਸਤੇ ਜ਼ੋਰ ਦਿੰਦਾ ਹਾਂ। ਸਾਨੂੰ ਪਤਾ ਹੀ ਹੈ ਕਿ ਤਾਲੀਮ ਜਿਹੜੀ ਹੈ ਸਕੂਲਾਂ 'ਚੋਂ ਮਿਲਦੀ ਹੈ, ਤਪੇ ਚੁੱਲ੍ਹਿਆਂ 'ਚੋਂ ਮਿਲਦੀ ਹੈ, ਔਰ ਠੰਡਕ ਸਾਨੂੰ ਪਾਣੀ ਦੇ ਪਾਸੋਂ ਮਿਲਦੀ ਹੈ। ਇਹ ਚੀਜ਼ਾਂ ਜਦ ਅਸੀਂ ਸੱਚੀਆਂ ਮੰਨਦੇ ਹਾਂ, ਜਿੱਥੇ ਕੋਈ ਪ੍ਰਮਾਤਮਾ ਦਾ ਭਗਤ ਹੈ, ਪ੍ਰਮਾਤਮਾ ਦਾ ਪਿਆਰਾ ਹੈ, ਉੱਥੋਂ ਸਾਨੂੰ ਪ੍ਰਮਾਤਮਾ ਦਾ ਪਿਆਰ ਵੀ ਮਿਲਦਾ ਹੈ। ਤਾਤੇ ਸਤਿਗੁਰ ਸ਼ਰਨ ਪੁਕਾरूं, आरत उनकी नित प्रति तारूं। आरत करूं प्रेम से जब ही, कुल परवार तरे मेरा तब ही। ਜਦ ਸਤਿਗੁਰਾਂ ਦੀ ਭਗਤੀ ਕਰਦੇ ਹਾਂ, ਆਪ ਤਾਂ ਤਰਨਾ ਹੀ ਹੈ, ਕੁੱਲ ਪਰਿਵਾਰ ਯਾਰ ਦੋਸਤਾਂ ਨੂੰ ਵੀ ਉਸ ਦਾ ਫੈਜ਼ ਮਿਲਦਾ ਹੈ। ਜਦ ਅਸੀਂ ਘਰ ਅੰਦਰ ਭਗਤੀ ਕਰਨ ਲੱਗੇ ਹੁੰਦੇ ਹੈ, ਜਿਤਨੇ ਵੀ ਸਾਡੇ ਪਰਿਵਾਰ ਵਾਲੇ ਹੈ ਉਹ ਕੁਛ ਨਾ ਕੁਛ ਤਾਂ ਬੈਠ ਕੇ ਜਸ ਸੁਣਦੇ ਹੈ, ਉਹਨਾਂ ਦਾ ਵੀ ਭੁੱਲੜ ਮਨ ਸ਼ਬਦ ਨਾਮ ਦੀ ਕਮਾਈ ਕਰਨੀ ਆਉਂਦਾ ਹੈ। ਰਿਸ਼ਤੇਦਾਰ ਲੋਕ ਵੀ ਗੁਰੂ ਦਾ ਜਸ ਸੁਣ ਕੇ ਇਸ ਪਾਸੇ ਗੁਰੂ ਭਗਤੀ ਦੀ ਤਰਫ ਆ ਜਾਂਦੇ ਹੈ, ਆਪ ਤਰ ਜਾਂਦਾ ਹੈ ਸਤਸੰਗੀ। ਇਸੇ ਤਰ੍ਹਾਂ ਉਹ ਦੂਸਰੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਜਦ ਮੈਂ ਕੈਨੇਡਾ ਕੈਲਗਰੀ ਗਿਆ ਸੀਗਾ, ਅਮਰੀਕਾ ਤੋਂ ਇੱਕ ਮੇਮ ਆਈ, ਉਹ ਨਾਮਲੇਵਾ ਤਾਂ ਨਹੀਂ ਸੀ, ਉਹਨਾਂ ਦੀਆਂ 2 ਲੜਕੀਆਂ ਨਾਮਲੇਵਾ ਸਨ। ਘਰ ਦੇ ਅੰਦਰ ਗੁਰੂ ਦੀ ਮਹਿਮਾ, ਗੁਰੂ ਦੀ ਚਰਚਾ, ਸਤਸੰਗ ਦੀ ਚਰਚਾ ਹੁੰਦੀ ਰਹਿੰਦੀ ਸੀਗੀ। ਔਰ ਜਦ ਉਸ ਮੇਮ ਦਾ ਪਤੀ ਚੋਲਾ ਛੱਡਣ ਲੱਗਿਆ, ਉਹਨੇ ਦੱਸਿਆ ਆ ਕੇ ਕਿ ਸਾਨੂੰ ਤੁਹਾਡੇ ਗੁਰੂ ਦਾ ਔਰ ਵੱਡੇ ਗੁਰੂ ਮਹਾਰਾਜ ਸਾਵਣ ਸਿੰਘ ਦਾ ਵੀ ਅਨੁਭਵ ਹੋਇਆ। ਅੱਛੀ ਤਰ੍ਹਾਂ ਅਸੀਂ ਉੱਥੇ ਉਹਨਾਂ ਦੀ ਮੌਜੂਦਗੀ ਮਹਿਸੂਸ ਕੀਤੀ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਸਿਰਫ ਚਰਚਾ ਹੀ ਸੁਣੀ ਸੀਗੀ ਗੁਰੂ ਦੀ। ਸੋ ਇਸ ਵਾਸਤੇ ਸਤਸੰਗੀ ਲੋਕ ਘਰੇ ਜਾ ਕੇ ਜਦ ਆਪਣੇ ਗੁਰੂ ਦੀ ਗੱਲ ਕਰਦੇ ਆ, ਬਹੁਤ ਸਾਰੇ ਪ੍ਰੇਮੀ ਉਸ ਨੂੰ ਆਪਦੇ ਅੰਦਰ ਬਿਠਾ ਲੈਂਦੇ ਆ, ਉਹਨਾਂ ਨੂੰ ਵੀ ਫੈਜ਼ ਮਿਲ ਜਾਂਦਾ ਹੈ। आरत करूं प्रेम से जब ही, कुल परवार तरे मेरा तब ही। आरत बिद अब करूं सिंगारा, राधा स्वामी मेरे हुए ਇਸ ਵਾਸਤੇ ਆਪ ਕਹਿੰਦੇ ਹੈ, ਜਦੋਂ ਅਸੀਂ ਤਨੋ ਮਨੋ ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਦੇ ਹਾਂ,
ਭਗਤੀ ਕਰਦੇ ਹਾਂ ਉਹ ਵੀ ਸਾਡੇ ਤੇ ਦਿਆਲ ਹੋ ਜਾਂਦਾ ਹੈ, ਕਿਰਪਾ ਕਰਕੇ ਸਾਨੂੰ ਬਖਸ਼ ਦਿੰਦਾ ਹੈ। ਸਵਾਮੀ ਜੀ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਦੱਸਿਆ ਕਿ ਜੋ ਗੁਰੂ ਕਹਿੰਦਾ ਹੈ, ਭਗਤੀ ਦਾ ਰਸਤਾ ਦੱਸਦਾ ਹੈ, ਉਹ ਕਰੋ। ਜੋ ਮਨ ਤੁਹਾਨੂੰ ਸਲਾਹ ਦਿੰਦਾ ਹੈ ਇਹਦੀ ਨਾ ਮੰਨੋ, ਕਿਉਂਕਿ ਮਨ ਜਿਹੜਾ ਹੈ ਇਹੀ ਸਾਡਾ ਦੁਸ਼ਮਣ ਹੈ, ਸਾਡੇ ਅੰਦਰ ਬੈਠੇ ਇਹ ਚਾਬੀ ਮਰੋੜ ਦਿੰਦਾ ਹੈ। ਗੁਰੂ ਨਾਨਕ ਕਹਿੰਦੇ ਮਨ ਜੀਤਾ ਜਗਜੀਤ। ਅਗਰ ਜੇ ਅਸੀਂ ਮਨ ਨੂੰ ਵਸ ਵਿੱਚ ਕਰ ਲੈਂਦੇ ਹਾਂ, ਅਸੀਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਨੂੰ ਹੀ ਵਸ ਵਿੱਚ ਕਰ ਲੈਂਦੇ ਹਾਂ। ਆਰਤ ਬਿਦ ਅਬ ਕਰੂੰ ਸ਼ਿੰਗਾਰਾ, ਰਾਧਾ ਸੁਆਮੀ ਮੇ